ਮੇਰਾ ਨਾਮ ਰਮੇਸ਼ ਹੈ। ਮੇਰੀ ਉਮਰ 23 ਸਾਲ ਹੈ ਅਤੇ ਮੇਰੇ ਤੋਂ 3 ਭੈਣਾਂ ਵੱਡੀਆਂ ਹਨ। ਮੈਂ ਤਿੰਨਾਂ ਭੈਣਾਂ ਦਾ ਇਕਲੌਤਾ ਭਰਾ ਹਾਂ। ਮੈਂ ਆਪਣੇ ਮਾਪਿਆਂ ਦਾ ਬਹੁਤ ਪਿਆਰਾ ਹਾਂ। ਮੇਰੇ ਮਾਤਾ ਪਿਤਾ ਨੇ ਬਚਪਨ ਤੋਂ ਹੀ ਮੇਰੀ ਹਰ ਇੱਛਾ ਪੂਰੀ ਕੀਤੀ ਹੈ। ਮੇਰੇ ਪਿਤਾ ਦੀ 2 ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਕਾਰਨ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਮੇਰੀਆਂ ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਆ ਗਈ ਸੀ। ਮੈਂ ਆਪਣੀਆਂ ਭੈਣਾਂ ਦੇ ਵਿਆਹ ਕਰਨ ਵਿੱਚ ਸਮਾਂ ਬਰਬਾਦ ਨਹੀਂ ਕੀਤਾ। ਪਹਿਲਾਂ ਮੇਰੀ ਵੱਡੀ ਭੈਣ ਦਾ ਰਿਸ਼ਤਾ ਆਇਆ, ਫਿਰ ਉਸ ਤੋਂ ਬਾਅਦ ਮੇਰੀ ਛੋਟੀ ਭੈਣ ਅਤੇ 1 ਸਾਲ ਦੇ ਅੰਦਰ ਮੈਂ ਆਪਣੀਆਂ ਦੋਵੇਂ ਭੈਣਾਂ ਨੂੰ ਵਿਦਾ ਕਰ ਦਿੱਤਾ। ਮੇਰੀ ਅਜੇ ਇੱਕ ਭੈਣ ਬਾਕੀ ਸੀ। ਮੈਂ ਉਸ ਲਈ ਵੀ ਚੰਗਾ ਰਿਸ਼ਤਾ ਲੱਭ ਰਿਹਾ ਸੀ। ਮੈਂ ਪੜ੍ਹਾਈ ਛੱਡ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਅਤੇ ਮੇਰਾ ਬਹੁਤ ਖਿਆਲ ਰੱਖਦੀ ਸੀ। ਜਦੋਂ ਮੈਂ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਕੰਮ ਕਰਨ ਲਈ ਸ਼ਹਿਰ ਤੋਂ ਬਾਹਰ ਜਾ ਰਿਹਾ ਹਾਂ ਤਾਂ ਉਸਨੇ ਮੈਨੂੰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਤਾ ਨਹੀਂ ਕਿਉਂ ਮਾਂ ਨੇ ਮੈਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ। ਬਚਪਨ ਤੋਂ ਹੀ ਮੇਰੀ ਮਾਂ ਮੈਨੂੰ ਰਾਤ ਨੂੰ ਕਿਤੇ ਵੀ ਨਹੀਂ ਜਾਣ ਦਿੰਦੀ ਸੀ, ਪਰ ਜਦੋਂ ਮੈਂ ਵੱਡਾ ਹੋਇਆ ਤਾਂ ਮੇਰੀ ਮਾਂ ਨੇ ਮੈਨੂੰ ਘੱਟ ਹੀ ਬਾਹਰ ਜਾਣ ਦਿੱਤਾ। ਇੱਕ ਦਿਨ ਮੈਂ ਅਚਾਨਕ ਆਪਣੀ ਮਾਂ ਨੂੰ ਪੁੱਛਿਆ ਕਿ ਜਦੋਂ ਮੈਂ ਰਾਤ ਨੂੰ ਬਾਹਰ ਜਾਂਦਾ ਹਾਂ ਤਾਂ ਤੁਹਾਨੂੰ ਕੀ ਹੁੰਦਾ ਹੈ। ਮਾਂ ਨੇ ਮੈਨੂੰ ਦੱਸਿਆ ਕਿ ਘਰੋਂ ਬਾਹਰ ਨਾ ਜਾਣ ਦਾ ਇੱਕ ਹੀ ਕਾਰਨ ਹੈ। ਮਾਂ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਜਾਂਦਾ ਸੀ। ਮੇਰੀ ਅਜੇ ਇੱਕ ਭੈਣ ਕੁਆਰੀ ਸੀ, ਪਰ ਮੇਰੀ ਮਾਂ ਅਜੇ ਮੇਰਾ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਕਈ ਵਾਰ ਮੈਂ ਸੋਚਦਾ ਹਾਂ ਕਿ ਮਾਵਾਂ ਨੂੰ ਆਪਣੇ ਪੁੱਤਰ ਦੇ ਵਿਆਹ ਦਾ ਬਹੁਤ ਸ਼ੌਂਕ ਹੁੰਦਾ ਹੈ, ਪਰ ਅੱਜ ਤੱਕ ਮੇਰੀ ਮਾਂ ਨੂੰ ਮੇਰੇ ਵਿਆਹ ਦੀ ਕੋਈ ਚਿੰਤਾ ਨਹੀਂ ਸੀ। ਮੈਂ ਆਪਣੀ ਮਾਂ ਦੀ ਇਹਨਾਂ ਬੰਦਸ਼ਾਂ ਵਿੱਚ ਹੀ ਫਸਿਆ ਹੋਇਆ ਸੀ। ਮੈਂ ਡੂੰਘਾ ਸਾਹ ਲਿਆ। ਰਾਤ ਨੂੰ ਮੈਂ ਕਮਰੇ ਵਿੱਚ ਬੈਠਾ ਸੀ। ਅਚਾਨਕ ਮੈਂ ਬਿਮਾਰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਘਬਰਾਹਟ ਅਤੇ ਚਿੰਤਾ ਮਹਿਸੂਸ ਹੋਣ ਲੱਗੀ। ਮੈਨੂੰ ਲੱਗਾ ਜਿਵੇਂ ਮੇਰਾ ਦਮ ਘੁੱਟ ਰਿਹਾ ਹੋਵੇ। ਮੈਂ ਕਮਰੇ ਤੋਂ ਬਾਹਰ ਆ ਗਿਆ। ਮਾਂ ਅਜੇ ਜਾਗ ਰਹੀ ਸੀ। ਪਹਿਲਾਂ ਮਾਂ ਕਦੇ ਦੇਰ ਤੱਕ ਜਾਗਦੀ ਨਹੀਂ ਸੀ, ਪਰ ਅੱਜ ਪਤਾ ਨਹੀਂ ਉਹ ਕਿਉਂ ਜਾਗ ਰਹੀ ਸੀ। ਜਦੋਂ ਮੈਂ ਅੱਗੇ ਵੱਧ ਕੇ ਮਾਂ ਕੋਲ ਗਿਆ ਤਾਂ ਜਿਵੇਂ ਹੀ ਮੇਰੀ ਮਾਂ ਨੇ ਮੈਨੂੰ ਦੇਖਿਆ, ਉਹ ਮੇਰੇ ਵੱਲ ਆਈ ਅਤੇ ਚਿੰਤਾ ਨਾਲ ਪੁੱਛਣ ਲੱਗੀ, ਰਮੇਸ਼ ਤੁਸੀਂ ਠੀਕ ਹੋ? ਮੈਂ ਅਜੇ ਆਪਣੀ ਮਾਂ ਨੂੰ ਨਹੀਂ ਦੱਸਿਆ ਸੀ ਕਿ ਮੈਨੂੰ ਕੁਝ ਹੋਇਆ ਹੈ, ਤਾਂ ਉਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਠੀਕ ਨਹੀਂ ਹਾਂ। ਉਹ ਮੇਰੇ ਲਈ ਚਿੰਤਤ ਹੋ ਗਈ। ਮੈਂ ਕਿਹਾ, ਮੰਮੀ ਜੀ ਕੁਝ ਨਹੀਂ ਹੋਇਆ। ਪਰ ਮੰਮੀ ਮੈਨੂੰ ਪੁੱਛਣ ਲੱਗੀ, ਜੇ ਕੋਈ ਗੱਲ ਹੈ ਤਾਂ ਮੈਨੂੰ ਦੱਸੋ। ਤੁਸੀਂ ਰਾਤ ਦੇ ਇਸ ਸਮੇਂ ਆਪਣੇ ਕਮਰੇ ਦੇ ਬਾਹਰ ਕੀ ਕਰ ਰਹੇ ਹੋ? ਕੀ ਤੁਸੀਂ ਠੀਕ ਹੋ? ਮੈਂ ਆਪਣੀ ਮਾਂ ਵੱਲ ਦੇਖਿਆ ਅਤੇ ਨਾ ਵਿੱਚ ਸਿਰ ਹਿਲਾਇਆ। ਮੇਰੇ ਵੱਲ ਦੇਖ ਕੇ ਮਾਂ ਨੂੰ ਥੋੜੀ ਰਾਹਤ ਮਹਿਸੂਸ ਹੋਈ, ਪਰ ਕੁਝ ਗਲਤ ਜ਼ਰੂਰ ਸੀ। ਕਿਸੇ ਕਾਰਨ ਮਾਂ ਬਹੁਤ ਪਰੇਸ਼ਾਨ ਹੋ ਗਈ। ਜਦੋਂ ਮੈਂ ਉਸ ਨੂੰ ਦੱਸਿਆ ਕਿ ਕੁਝ ਨਹੀਂ ਹੋਇਆ ਤਾਂ ਮਾਂ ਨੇ ਰਾਹਤ ਮਹਿਸੂਸ ਕੀਤੀ ਅਤੇ ਕਮਰੇ ਵਿੱਚ ਚਲੀ ਗਈ। ਪਰ ਮੈਨੂੰ ਆਪਣੀ ਹਾਲਤ ਦਾ ਪਤਾ ਨਹੀਂ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਸੀ। ਮੈਂ ਕੁਝ ਸਮਝ ਨਾ ਸਕਿਆ। ਮੈਂ ਕਾਫੀ ਦੇਰ ਤੱਕ ਬਾਹਰ ਘੁੰਮਦਾ ਰਿਹਾ। ਫਿਰ ਮੈਂ ਆਪਣੇ ਕਮਰੇ ਵਿੱਚ ਆ ਕੇ ਲੇਟ ਗਿਆ ਅਤੇ ਮੈਂ ਸੌਂ ਗਿਆ। ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ, ਮੈਂ ਦੇਖਿਆ ਕਿ ਮਾਂ ਮੇਰੇ ਨੇੜੇ ਸੀ। ਮੈਂ ਹੈਰਾਨੀ ਨਾਲ ਆਪਣੀ ਮਾਂ ਵੱਲ ਦੇਖਿਆ ਜੋ ਮੇਰੇ ਕੋਲ ਬੈਠੀ ਸੀ। ਪਤਾ ਨਹੀਂ ਕਿਉਂ ਮਾਂ ਪਿਛਲੇ ਕੁਝ ਦਿਨਾਂ ਤੋਂ ਮੇਰੇ ਲਈ ਇੰਨੀ ਚਿੰਤਤ ਸੀ। ਮੈਂ ਹੈਰਾਨੀ ਨਾਲ ਆਪਣੀ ਮਾਂ ਵੱਲ ਦੇਖਿਆ ਅਤੇ ਕਿਹਾ, ਮਾਂ ਤੁਸੀਂ ਇੰਨੀ ਦੇਰ ਰਾਤ ਮੇਰੇ ਕੋਲ ਕਿਵੇਂ ਅਤੇ ਕਿਉਂ ਬੈਠੀ ਹੋ? ਤੁਸੀਂ ਅਜੇ ਤੱਕ ਨਹੀਂ ਸੁੱਤੇ? ਹੁਣ ਤੁਸੀਂ ਆਪਣੇ ਕਮਰੇ ਵਿੱਚ ਜਾ ਕੇ ਸੋ ਜਾਓ। ਮੈਂ ਠੀਕ ਹਾਂ। ਮਾਂ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ, ਮੈਨੂੰ ਤੁਹਾਡੀ ਚਿੰਤਾ ਸੀ। ਮੈਂ ਕਿਹਾ, ਕਿਉਂ? ਮੈਨੂੰ ਕੀ ਹੋਇਆ? ਮੈਂ ਬਿਲਕੁਲ ਠੀਕ ਹਾਂ। ਤੁਸੀਂ ਜਾ ਕੇ ਆਰਾਮ ਨਾਲ ਸੋ ਜਾਓ। ਉਸਨੇ ਮੈਨੂੰ ਕਿਹਾ ਕਿ ਠੀਕ ਹੈ, ਮੈਂ ਚਲੀ ਜਾਵਾਂਗੀ। ਤੁਸੀਂ ਆਪਣਾ ਖਿਆਲ ਰੱਖੋ। ਮਾਂ ਉੱਠ ਕੇ ਕਮਰੇ ਤੋਂ ਬਾਹਰ ਚਲੀ ਗਈ। ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਨੂੰ ਬੁਖਾਰ ਹੋ ਰਿਹਾ ਹੋਵੇ ਅਤੇ ਮੇਰਾ ਸਿਰ ਦਰਦ ਹੋ ਰਿਹਾ ਹੋਵੇ। ਅਗਲੇ ਦਿਨ ਤੱਕ ਮੈਨੂੰ ਬਹੁਤ ਤੇਜ਼ ਬੁਖਾਰ ਸੀ। ਮਾਂ ਨੇ ਮੈਨੂੰ ਕਿਹਾ ਕਿ ਉਹ ਕਿਸੇ ਤਾਂਤਰਿਕ ਬਾਬੇ ਤੋਂ ਮੇਰੇ ਲਈ ਕੁਝ ਲੈ ਕੇ ਆਵੇਗੀ। ਮੈਂ ਮਾਂ ਨੂੰ ਪੁੱਛਿਆ ਕਿ ਮੈਨੂੰ ਕੀ ਹੋਇਆ? ਪਹਿਲਾਂ ਵੀ ਮੈਨੂੰ ਬੁਖਾਰ ਰਹਿੰਦਾ ਸੀ। ਕੀ ਤਾਂਤਰਿਕ ਬਾਬਿਆਂ ਕੋਲ ਜਾਣਾ ਜ਼ਰੂਰੀ ਹੈ? ਫਿਰ ਮੇਰੀ ਮਾਂ ਨੇ ਮੈਨੂੰ ਡਾਂਟ ਕੇ ਚੁੱਪ ਕਰਵਾ ਦਿੱਤਾ ਅਤੇ ਮੈਨੂੰ ਜ਼ਬਰਦਸਤੀ ਉਸ ਤਾਂਤਰਿਕ ਬਾਬੇ ਕੋਲ ਲੈ ਗਈ। ਉਹ ਬਾਬਾ ਮੈਨੂੰ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ। ਉਸਨੇ ਮੈਨੂੰ ਪਾਣੀ ਦਾ ਗਲਾਸ ਦਿੱਤਾ। ਜਿਵੇਂ ਹੀ ਮੈਂ ਇਸ ਨੂੰ ਪੀਤਾ, ਮੈਂ ਸਾਰੇ ਹੋਸ਼ ਗਵਾ ਬੈਠਾ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਕਮਰੇ ਵਿੱਚ ਇਕੱਲਾ ਸੀ। ਮਾਂ ਵੀ ਮੇਰੇ ਕਮਰੇ ਵਿੱਚ ਨਹੀਂ ਸੀ। ਮੈਂ ਮਾਂ ਨੂੰ ਬੁਲਾਇਆ ਤਾਂ ਉਹ ਕਮਰੇ ਅੰਦਰ ਆ ਗਈ। ਮੈਂ ਮਾਂ ਨੂੰ ਪੁੱਛਿਆ ਕਿ ਇਹ ਕਿਹੜਾ ਬਾਬਾ ਸੀ। ਮਾਂ ਮੈਨੂੰ ਕਹਿਣ ਲੱਗੀ ਕਿ ਬਾਬੇ ਨੇ ਦਵਾਈ ਦਿੱਤੀ ਸੀ, ਤੁਸੀਂ ਜਲਦੀ ਠੀਕ ਹੋ ਜਾਓਗੇ। ਮੈਂ ਨਾ ਵਿੱਚ ਸਿਰ ਹਿਲਾਇਆ ਕਿਉਂਕਿ ਮੈਨੂੰ ਇਸ ਸਭ ਵਿੱਚ ਕੋਈ ਵਿਸ਼ਵਾਸ ਨਹੀਂ ਸੀ।
ਮੈਂ ਇਹਨਾਂ ਲੋਕਾਂ ਨੂੰ ਨਹੀਂ ਮੰਨਦਾ ਸੀ। ਇਸ ਕਰਕੇ ਮਾਂ ਕਮਰਾ ਛੱਡ ਕੇ ਚਲੀ ਗਈ। ਉਸ ਦਿਨ ਤੋਂ ਬਾਅਦ ਮਾਂ ਦਾ ਅਜੀਬ ਜਿਹਾ ਰਵੱਈਆ ਸੀ। ਜਦੋਂ ਵੀ ਮੈਂ ਉਸ ਨੂੰ ਕੁਝ ਕਹਿੰਦਾ ਤਾਂ ਉਹ ਸਾਰਾ ਕੰਮ ਉਲਟਾ ਹੀ ਕਰ ਦਿੰਦੀ। ਹੁਣ ਤਾਂ ਉਸਨੇ ਮੇਰੀ ਗੱਲ ਵੀ ਨਹੀਂ ਸੁਣੀ। ਜਦੋਂ ਵੀ ਮੈਂ ਉਸ ਨੂੰ ਕਿਹਾ ਕਿ ਮੈਂ ਕਿਤੇ ਜਾਣਾ ਹੈ ਤਾਂ ਉਹ ਗੁੱਸੇ ਹੋ ਜਾਂਦੀ ਸੀ। ਮੈਂ ਇਹ ਸਮਝਣ ਤੋਂ ਅਸਮਰਥ ਸੀ ਕਿ ਉਹਨਾਂ ਨੂੰ ਕੀ ਹੋ ਗਿਆ ਸੀ। ਇੱਕ ਦਿਨ ਮੈਂ ਗੁੱਸੇ ਵਿੱਚ ਆ ਕੇ ਆਪਣੀ ਮਾਂ ਨੂੰ ਗੁੱਸੇ ਵਿੱਚ ਕਿਹਾ ਕਿ ਤੁਸੀਂ ਮੇਰੀ ਗੱਲ ਨਹੀਂ ਸੁਣਦੇ। ਜੋ ਵੀ ਮੈਂ ਕਹਾਂਗਾ ਤੁਸੀਂ ਉਸ ਨੂੰ ਵੀ ਨਹੀਂ ਮੰਨਦੇ। ਮੈਂ ਵੀ ਤੁਹਾਡੇ ਨਾਲ ਹੋਰ ਗੱਲ ਨਹੀਂ ਕਰਨਾ ਚਾਹੁੰਦਾ। ਉਸ ਦਿਨ ਤੋਂ ਬਾਅਦ ਮਾਂ ਮੈਨੂੰ ਕਹਿਣ ਲੱਗੀ ਕਿ ਉਹ ਜਲਦੀ ਤੋਂ ਜਲਦੀ ਮੇਰਾ ਵਿਆਹ ਕਰਨਾ ਚਾਹੁੰਦੀ ਹੈ। ਮੈਂ ਉਸ ਤੋਂ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਉਸ ਨੇ ਕਦੇ ਮੇਰੇ ਵਿਆਹ ਦਾ ਜ਼ਿਕਰ ਤੱਕ ਨਹੀਂ ਕੀਤਾ ਸੀ ਅਤੇ ਹੁਣ ਉਹ ਮੇਰੇ ਵਿਆਹ ਕਰਨ ਦੀ ਗੱਲ ਕਿਉਂ ਕਰ ਰਹੀ ਹੈ। ਅੱਜ ਤੋਂ ਪਹਿਲਾਂ ਉਸ ਨੇ ਕਦੇ ਮੇਰੇ ਵਿਆਹ ਬਾਰੇ ਨਹੀਂ ਸੋਚਿਆ ਸੀ, ਪਰ ਹੁਣ ਅਚਾਨਕ ਉਸ ਨੇ ਮੇਰੇ ਵਿਆਹ ਬਾਰੇ ਕਿਵੇਂ ਸੋਚਿਆ, ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੇਰੀ ਮਾਂ ਨੇ ਜੋ ਕਿਹਾ ਉਹ ਸਭ ਮੇਰੀ ਸਮਝ ਤੋਂ ਬਾਹਰ ਸੀ ਕਿ ਅਚਾਨਕ ਮੇਰਾ ਵਿਆਹ ਕਿਉਂ ਕਰਨਾ ਚਾਹੁੰਦੇ ਹੈ। ਮੈਂ ਦਿਨ ਵੇਲੇ ਖਾਣਾ ਖਾ ਰਿਹਾ ਸੀ ਅਤੇ ਮੇਰੀ ਮਾਂ ਮੇਰੀ ਭੈਣ ਨਾਲ ਫੋਨ ਤੇ ਗੱਲ ਕਰ ਰਹੀ ਸੀ ਅਤੇ ਉਸ ਨੂੰ ਦੱਸ ਰਹੀ ਸੀ ਕਿ ਮੈਂ ਜਿਸ ਤਰ੍ਹਾਂ ਦੀ ਕੁੜੀ ਲੱਭਣਾ ਚਾਹੁੰਦੀ ਸੀ ਉਹ ਮੈਂ ਲੱਭ ਲਈ ਹੈ। ਹੁਣ ਅਰਦਾਸ ਕਰੋ ਕਿ ਉਸ ਦੇ ਪਰਿਵਾਰ ਮੈਂਬਰ ਰਾਜੀ ਹੋ ਜਾਣ। ਮੈਨੂੰ ਨਹੀਂ ਪਤਾ ਸੀ ਕਿ ਕਿਸ ਦੇ ਵਿਆਹ ਦੀ ਗੱਲ ਹੋ ਰਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮਾਂ ਕਿਹੜੀ ਕੁੜੀ ਦੀ ਗੱਲ ਕਰ ਰਹੀ ਸੀ। ਜਦੋਂ ਮਾਂ ਫੋਨ ਕੱਟ ਕੇ ਮੇਰੇ ਕੋਲ ਬੈਠ ਗਈ ਤਾਂ ਮੈਂ ਉਸ ਨੂੰ ਪੁੱਛਿਆ ਕਿ ਕਿਸ ਦੇ ਰਿਸ਼ਤੇ ਦੀ ਗੱਲ ਹੋ ਰਹੀ ਹੈ। ਮਾਤਾ ਜੀ ਨੇ ਮੈਨੂੰ ਦੱਸਿਆ ਕਿ ਮੇਰੇ ਮਾਮਾ ਜੀ ਦੇ ਇੱਕ ਦੋਸਤ ਦੀ ਧੀ ਹੈ ਜੋ ਬਹੁਤ ਸੁੰਦਰ ਹੈ। ਉਸ ਨਾਲ ਰਿਸ਼ਤੇ ਦੀ ਗੱਲ ਚੱਲ ਰਹੀ ਸੀ, ਉਹ ਵੀ ਮੇਰੇ ਲਈ। ਮੈਂ ਚੌਂਕ ਗਿਆ। ਉਸ ਦੇ ਰਿਸ਼ਤੇ ਦੀ ਗੱਲ ਪਹਿਲਾਂ ਵੀ ਚੱਲੀ ਸੀ, ਪਰ ਮਾਂ ਕੋਲ ਹੋਰ ਕੁੜੀਆਂ ਨੂੰ ਦੇਖਣ ਦਾ ਸਮਾਂ ਨਹੀਂ ਸੀ। ਉਹ ਸਿਰਫ ਇੱਕ ਕੁੜੀ ਦੇ ਪਿੱਛੇ ਸੀ। ਹਜ਼ਾਰਾਂ ਕੁੜੀਆਂ ਸਨ ਪਰ ਮਾਂ ਨੂੰ ਤਾਂ ਸਿਰਫ ਉਹੀ ਕੁੜੀ ਚਾਹੀਦੀ ਸੀ ਤੇ ਮਾਂ ਚਾਹੁੰਦੀ ਸੀ ਕਿ ਮੈਂ ਉਸ ਨਾਲ ਵਿਆਹ ਕਰਾਂ। ਇੱਕ ਦਿਨ ਮੈਂ ਆਪਣੀ ਭੈਣ ਨਾਲ ਗੱਲ ਕੀਤੀ। ਮੈਂ ਉਸ ਨੂੰ ਕਿਹਾ ਕਿ ਉਹ ਮੈਨੂੰ ਉਹ ਕੁੜੀ ਦਿਖਾਉਣ ਜਿਸ ਨੂੰ ਮਾਂ ਨੇ ਪਸੰਦ ਕੀਤਾ ਹੈ ਅਤੇ ਉਸ ਨਾਲ ਮੇਰਾ ਵਿਆਹ ਕਰਨਾ ਚਾਹੁੰਦੀ ਹੈ। ਆਖਰ ਮੈਂ ਇਹ ਵੀ ਦੇਖਾਂ ਕਿ ਉਹ ਕੁੜੀ ਕੌਣ ਹੈ ਜਿਸ ਕਰਕੇ ਮਾਂ ਨੂੰ ਕੋਈ ਹੋਰ ਕੁੜੀ ਪਸੰਦ ਨਹੀਂ ਹੈ। ਮੇਰੀ ਭੈਣ ਨੇ ਕਿਹਾ, ਵੀਰ ਜੀ, ਮਾਂ ਨੇ ਉਸ ਕੁੜੀ ਨੂੰ ਨਾ ਦਿਖਾਉਣ ਦੀ ਸਖਤ ਮਨਾਹੀ ਕੀਤੀ ਹੈ, ਚਾਹੇ ਜੋ ਮਰਜ਼ੀ ਹੋ ਜਾਵੇ। ਮੈਂ ਹੈਰਾਨੀ ਨਾਲ ਕਿਹਾ, ਕਿਉਂ ਭੈਣ? ਮੈਂ ਵਿਆਹ ਤੋਂ ਪਹਿਲਾਂ ਇੱਕ ਵਾਰ ਕੁੜੀ ਨੂੰ ਜ਼ਰੂਰ ਦੇਖਾਂਗਾ। ਇਹ ਮਾਂ ਦੀ ਕਿਹੋ ਜਿਹੀ ਜਿੱਦ ਹੈ ਕਿ ਹੁਣ ਮੈਂ ਕੁੜੀ ਨੂੰ ਵੀ ਨਹੀਂ ਦੇਖ ਸਕਦਾ। ਮੇਰੀ ਭੈਣ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਇਸ ਲਈ ਮਾਂ ਮੈਨੂੰ ਸਖਤੀ ਨਾਲ ਮਨਾ ਕਰ ਰਹੀ ਸੀ ਕਿ ਜੋ ਮਰਜ਼ੀ ਹੋ ਜਾਵੇ ਕੁੜੀ ਨੂੰ ਨਹੀਂ ਦਿਖਾਉਣਾ। ਮਾਂ ਨੂੰ ਕੀ ਹੋ ਗਿਆ ਹੈ ਜਿਸ ਨਾਲ ਮੈਂ ਵਿਆਹ ਕਰਨ ਜਾ ਰਿਹਾ ਹਾਂ ਉਸ ਨੂੰ ਮੈਂ ਦੇਖ ਵੀ ਨਹੀਂ ਸਕਦਾ। ਇਹ ਗੱਲ ਬੜੀ ਅਜੀਬ ਸੀ। ਮੈਂ ਇਸ ਦਾ ਮਤਲਬ ਬਿਲਕੁਲ ਵੀ ਨਹੀਂ ਸਮਝ ਸਕਿਆ। ਮੈਂ ਕਿਹੜਾ ਪਾਗਲ ਸੀ ਜੋ ਕਿਸੇ ਕੁੜੀ ਨੂੰ ਬਿਨਾਂ ਦੇਖੇ ਉਸ ਨਾਲ ਵਿਆਹ ਕਰ ਲੈਂਦਾ। ਰਾਤ ਦਾ ਸਮਾਂ ਸੀ। ਮੈਂ ਕਮਰੇ ਵਿੱਚ ਬੈਠਾ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ। ਆਖਿਰ ਮੈਂ ਉੱਠ ਕੇ ਮਾਂ ਦੇ ਕਮਰੇ ਵਿੱਚ ਚਲਾ ਗਿਆ। ਉਸਨੇ ਮੇਰੇ ਵੱਲ ਦੇਖਿਆ ਅਤੇ ਕਿਹਾ, ਕੀ ਹੋਇਆ? ਤੁਸੀਂ ਪਰੇਸ਼ਾਨ ਲੱਗ ਰਹੇ ਹੋ। ਮੈਂ ਜਾ ਕੇ ਆਪਣੀ ਮਾਂ ਕੋਲ ਬੈਠ ਗਿਆ ਅਤੇ ਮੈਂ ਆਪਣੀ ਮਾਂ ਨੂੰ ਕਿਹਾ, ਮੈਨੂੰ ਦੱਸੋ ਕਿ ਤੁਸੀਂ ਮੇਰਾ ਵਿਆਹ ਕਿਸ ਨਾਲ ਕਰ ਰਹੇ ਹੋ। ਮੈਂ ਉਸ ਕੁੜੀ ਨੂੰ ਦੇਖਣਾ ਚਾਹੁੰਦਾ ਹਾਂ। ਮਾਤਾ ਜੀ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਕੀ ਹੋ ਗਿਆ ਹੈ ਅਚਾਨਕ ਤੈਨੂੰ? ਮੈਂ ਤੁਹਾਨੂੰ ਇੱਕ ਵਾਰ ਕਹਿ ਦਿੱਤਾ ਨਾ, ਜਿਸ ਕੁੜੀ ਨਾਲ ਮੈਂ ਤੁਹਾਡਾ ਵਿਆਹ ਕਰਨਾ ਚਾਹੁੰਦੀ ਹਾਂ ਤੁਸੀਂ ਉਸ ਨੂੰ ਨਹੀਂ ਦੇਖ ਸਕਦੇ। ਮੈਂ ਹੈਰਾਨੀ ਨਾਲ ਪੁੱਛਿਆ ਕਿ ਮੈਂ ਕਿਉਂ ਨਹੀਂ ਦੇਖ ਸਕਦਾ? ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ, ਪਰ ਮਾਂ ਨੇ ਮੈਨੂੰ ਕਿਹਾ ਉਹ ਕਿਸੇ ਵੀ ਕੀਮਤ ਤੇ ਮੈਨੂੰ ਨਹੀਂ ਦਿਖਾਵੇਗੀ। ਮੈਨੂੰ ਸਮਝ ਨਹੀਂ ਆ ਰਹੀ ਸੀ ਮਾਂ ਨੂੰ ਕੀ ਕਹਾਂ। ਮੈਂ ਆਪਣੇ ਕਮਰੇ ਵਿੱਚ ਆ ਕੇ ਸੋਚਿਆ ਕਿ ਚਲੋ ਜਦੋਂ ਵਿਆਹ ਹੋਵੇਗਾ ਤਾਂ ਮੈਂ ਉਸ ਕੁੜੀ ਨੂੰ ਦੇਖ ਲਵਾਂਗਾ ਕਿ ਕੌਣ ਸੀ ਮੇਰੀ ਮਾਂ ਨੇ ਮੇਰੇ ਲਈ ਹੂਰ ਪਰੀ ਪਸੰਦ ਕੀਤੀ ਹੈ ਜੋ ਉਸ ਨੂੰ ਮੈਨੂੰ ਵਿਖਾਈ ਵੀ ਨਹੀਂ ਅਤੇ ਮੇਰਾ ਉਸ ਨਾਲ ਵਿਆਹ ਵੀ ਕਰਵਾਉਣ ਜਾ ਰਹੀ ਹੈ। ਮਾਂ ਮੇਰੇ ਵਿਆਹ ਦੀ ਤਿਆਰੀ ਕਰ ਰਹੀ ਸੀ। ਮਾਂ ਨੂੰ ਪਤਾ ਨਹੀਂ ਅਚਾਨਕ ਮੇਰੇ ਵਿਆਹ ਦੀ ਇੰਨੀ ਕਾਹਲੀ ਕਿਉਂ ਹੋ ਗਈ। ਹੌਲੀ ਹੌਲੀ ਮੇਰੇ ਵਿਆਹ ਦਾ ਸਮਾਂ ਆਇਆ ਅਤੇ ਅੱਜ ਮੇਰੀ ਮਹਿੰਦੀ ਦੀ ਰਸਮ ਸੀ, ਪਰ ਮਾਂ ਮੈਨੂੰ ਵਿਆਹ ਤੋਂ ਖੁਸ਼ ਨਹੀਂ ਲੱਗ ਰਹੀ ਸੀ। ਉਹ ਮੈਨੂੰ ਚਿੰਤਤ ਲੱਗਦੀ ਸੀ। ਮੈਂ ਮੰਮੀ ਨੂੰ ਪੁੱਛਿਆ, ਮੰਮੀ ਤੈਨੂੰ ਕੀ ਹੋਇਆ? ਪਰ ਉਸਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਨੂੰ ਕੁਝ ਨਹੀਂ ਹੋਇਆ। ਜਦੋਂ ਫੰਕਸ਼ਨ ਖਤਮ ਹੋਇਆ ਤਾਂ ਮੈਂ ਕਮਰੇ ਵਿੱਚ ਆ ਗਿਆ। ਮੈਨੂੰ ਲੱਗਾ ਜਿਵੇਂ ਮੇਰਾ ਦਮ ਘੁੱਟ ਰਿਹਾ ਹੋਵੇ। ਮੈਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਸੀ। ਮੈਂ ਪਾਣੀ ਪੀਤਾ ਪਰ ਅਜੇ ਵੀ ਪਤਾ ਨਹੀਂ ਸੀ ਕੀ ਹੋ ਰਿਹਾ ਹੈ। ਮੈਂ ਮਾਂ ਦੇ ਕਮਰੇ ਵਿੱਚ ਗਿਆ। ਮੈਂ ਤੁਰ ਵੀ ਨਹੀਂ ਸਕਦਾ ਸੀ।
ਮੈਂ ਬੜੀ ਮੁਸ਼ਕਲ ਨਾਲ ਮਾਂ ਦੇ ਕਮਰੇ ਵਿੱਚ ਗਿਆ। ਮਾਂ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਤੇ ਪੁੱਛਿਆ, ਕੀ ਹੋਇਆ, ਤੁਸੀਂ ਕਿਉਂ ਪਰੇਸ਼ਾਨ ਹੋ? ਮੈਂ ਮੰਮੀ ਨੂੰ ਕਿਹਾ, ਮੰਮੀ ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਹੋ ਰਿਹਾ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਾਂ। ਮੈਂ ਠੀਕ ਮਹਿਸੂਸ ਨਹੀਂ ਕਰ ਰਿਹਾ। ਮਾਂ ਚਿੰਤਾ ਨਾਲ ਪੁੱਛਣ ਲੱਗੀ, ਕੀ ਹੋਇਆ, ਕਿਰਪਾ ਕਰਕੇ ਮੈਨੂੰ ਦੱਸੋ। ਮੈਂ ਉੱਥੇ ਆਪਣੀ ਮਾਂ ਦੇ ਕੋਲ ਬੈਠ ਗਿਆ ਅਤੇ ਡੂੰਘਾ ਸਾਹ ਲੈਣ ਲੱਗਾ। ਮਾਂ ਮੈਨੂੰ ਕਹਿਣ ਲੱਗੀ, ਬੇਟਾ ਚਿੰਤਾ ਨਾ ਕਰ, ਕੁਝ ਨਹੀਂ ਹੋਵੇਗਾ। ਮਾਤਾ ਜੀ ਨੇ ਅਲਮਾਰੀ ਵਿੱਚੋਂ ਬੋਤਲ ਕੱਢੀ ਅਤੇ ਮੈਨੂੰ ਪਾਣੀ ਦਿੱਤਾ ਅਤੇ ਕਿਹਾ, ਇਹ ਪਾਣੀ ਪੀਓ। ਮੈਂ ਹੈਰਾਨੀ ਨਾਲ ਮਾਂ ਵੱਲ ਦੇਖਿਆ ਅਤੇ ਕਿਹਾ, ਇਹ ਪਾਣੀ ਤੈਨੂੰ ਕਿਸ ਨੇ ਦਿੱਤਾ? ਮਾਂ ਨੇ ਕਿਹਾ ਕਿ ਤਾਂਤਰਿਕ ਬਾਬੇ ਨੇ ਦਿੱਤਾ ਹੈ। ਮਾਂ ਦੀ ਗੱਲ ਸੁਣ ਕੇ ਮੈਂ ਗੁੱਸੇ ਵਿੱਚ ਕਿਹਾ ਕਿ ਮੈਂ ਨਹੀਂ ਪੀਣਾ ਚਾਹੁੰਦਾ। ਜਦੋਂ ਤੁਸੀਂ ਜਾਣਦੇ ਹੋ ਕਿ ਮੈਂ ਇਹਨਾਂ ਸਾਰੀਆਂ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦਾ ਤਾਂ ਮੈਂ ਕਿਉਂ ਪੀਵਾਂ? ਫਿਰ ਮਾਂ ਮੈਨੂੰ ਕਹਿਣ ਲੱਗੀ ਕਿ ਇਹ ਇੱਕ ਵਾਰ ਪੀ ਲਓ, ਕੁਝ ਨਹੀਂ ਹੋਵੇਗਾ। ਮਾਂ ਦੀ ਗੱਲ ਸੁਣ ਕੇ ਮੈਂ ਪੀਤਾ ਤੇ ਮਾਂ ਨੇ ਮੈਨੂੰ ਮੇਰੇ ਕਮਰੇ ਵਿੱਚ ਭੇਜ ਦਿੱਤਾ। ਮੈਂ ਕਮਰੇ ਵਿੱਚ ਆ ਕੇ ਉੱਥੇ ਲੇਟ ਗਿਆ। ਹੁਣ ਮੈਨੂੰ ਕੁਝ ਸ਼ਾਂਤੀ ਮਹਿਸੂਸ ਹੋ ਰਹੀ ਸੀ ਅਤੇ ਮੈਂ ਸੌਂ ਗਿਆ। ਫਿਰ ਮੇਰੀ ਸਾਰੀ ਰਾਤ ਅੱਖ ਨਹੀਂ ਖੁੱਲੀ। ਅੱਜ ਮੇਰੀ ਬਰਾਤ ਸੀ ਅਤੇ ਮੇਰਾ ਮੂਡ ਵੀ ਕਾਫੀ ਤਰੋਤਾਜ਼ਾ ਲੱਗ ਰਿਹਾ ਸੀ। ਪਹਿਲਾਂ ਤਾਂ ਮੈਂ ਥੋੜਾ ਕਮਜ਼ੋਰ ਮਹਿਸੂਸ ਕਰ ਰਿਹਾ ਸੀ, ਪਰ ਬਾਅਦ ਵਿੱਚ ਸਭ ਕੁਝ ਠੀਕ ਹੋ ਗਿਆ। ਜਦੋਂ ਮੈਂ ਕਮਰੇ ਤੋਂ ਬਾਹਰ ਆਇਆ, ਮਾਂ ਵਿਹੜੇ ਵਿੱਚ ਬੈਠੀ ਸੀ। ਉਹ ਮੈਨੂੰ ਕੁਝ ਪਰੇਸ਼ਾਨ ਲੱਗ ਰਹੀ ਸੀ। ਸਵੇਰੇ ਸਵੇਰੇ ਮਾਂ ਕਿੱਥੇ ਜਾ ਰਹੀ ਸੀ, ਕੌਣ ਜਾਣਦਾ ਹੈ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਕਾਫੀ ਦੇਰ ਬਾਅਦ ਮਾਂ ਘਰ ਵਾਪਸ ਆਈ। ਜਦੋਂ ਮੈਂ ਉਸਨੂੰ ਪੁੱਛਿਆ ਕਿ ਉਹ ਕਿੱਥੇ ਗਈ ਸੀ, ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਮੈਂ ਉਸਨੂੰ ਗੁੱਸੇ ਵਿੱਚ ਕਿਹਾ ਕਿ ਠੀਕ ਹੈ, ਤੁਸੀਂ ਮੈਨੂੰ ਨਾ ਦੱਸੋ। ਆਖਰਕਾਰ ਮੇਰਾ ਵਿਆਹ ਹੋ ਗਿਆ ਅਤੇ ਅਸੀਂ ਦੁਲਹਨ ਨੂੰ ਵਿਦਾ ਕਰਕੇ ਘਰ ਲੈ ਆਏ। ਪਰ ਪਤਾ ਨਹੀਂ ਕਿਉਂ ਮੈਂ ਉਸ ਕੁੜੀ ਨੂੰ ਹਜੇ ਤੱਕ ਨਹੀਂ ਦੇਖਿਆ ਸੀ ਅਤੇ ਮੇਰਾ ਕਮਰੇ ਵਿੱਚ ਜਾਣ ਦਾ ਵੀ ਮਨ ਨਹੀਂ ਕਰਦਾ ਸੀ। ਆਖਿਰ ਮੈਂ ਜਾਣਾ ਹੀ ਸੀ। ਕੁਝ ਦੇਰ ਬਾਅਦ ਮੈਂ ਕਮਰੇ ਵਿੱਚ ਚਲਾ ਗਿਆ। ਉਹ ਪਰਦਾ ਪਾ ਕੇ ਸਾਹਮਣੇ ਬੈਠੀ ਸੀ। ਮੈਂ ਜਾ ਕੇ ਉਸਦੇ ਕੋਲ ਬੈਠ ਗਿਆ। ਕਾਫੀ ਦੇਰ ਤੱਕ ਬੈਠੇ ਰਹੇ। ਆਖਰ ਮੈਂ ਹਿੰਮਤ ਇਕੱਠੀ ਕੀਤੀ ਅਤੇ ਉਸ ਦਾ ਪਰਦਾ ਚੁੱਕਿਆ, ਪਰ ਮੈਂ ਉਸ ਵੱਲ ਦੇਖਦਾ ਰਿਹਾ। ਉਹ ਬਹੁਤ ਸੋਹਣੀ ਸੀ। ਮੈਂ ਉਸਦੇ ਚਿਹਰੇ ਤੋਂ ਅੱਖਾਂ ਨਹੀਂ ਹਟਾ ਸਕਿਆ। ਉਹ ਵੀ ਮੇਰੇ ਵੱਲ ਦੇਖ ਰਹੀ ਸੀ, ਜਿਵੇਂ ਉਹ ਮੈਨੂੰ ਦੇਖ ਕੇ ਕੁਝ ਕਹਿਣ ਜਾ ਰਹੀ ਹੋਵੇ। ਫਿਰ ਉਸਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਪਹਿਲਾਂ ਕਿਤੇ ਦੇਖਿਆ ਹੈ। ਮੈਂ ਮੁਸਕਰਾ ਕੇ ਕਿਹਾ, ਮੈਂ ਤੁਹਾਨੂੰ ਪਹਿਲੀ ਵਾਰ ਵੇਖ ਰਿਹਾ ਹਾਂ। ਮੈਂ ਤੁਹਾਨੂੰ ਪਹਿਲਾਂ ਕਦੇ ਨਹੀਂ ਦੇਖਿਆ। ਇਹ ਸੁਣ ਕੇ ਉਹ ਮੁਸਕਰਾਈ। ਮੈਂ ਉਸ ਨੂੰ ਬਹੁਤ ਪਸੰਦ ਕਰ ਰਿਹਾ ਸੀ। ਉਸ ਦਾ ਬੋਲਣ ਦਾ ਤਰੀਕਾ ਬਹੁਤ ਵਧੀਆ ਸੀ ਅਤੇ ਉਸ ਦੀ ਆਵਾਜ਼ ਵੀ ਬਹੁਤ ਖੂਬਸੂਰਤ ਸੀ। ਅਗਲੇ ਦਿਨ ਮੇਰੀ ਮਾਂ ਨੇ ਮੈਨੂੰ ਪੁੱਛਿਆ ਕਿ ਕੁੜੀ ਪਸੰਦ ਆਈ ਤੈਨੂੰ? ਮਾਂ ਦੀ ਗੱਲ ਸੁਣ ਕੇ ਮੈਂ ਸ਼ਰਮ ਨਾਲ ਸਿਰ ਹਿਲਾ ਦਿੱਤਾ। ਕੁਝ ਦਿਨਾਂ ਬਾਅਦ ਮੈਂ ਆਪਣੀ ਪਤਨੀ ਵਿੱਚ ਕੁਝ ਅਜੀਬ ਦੇਖਿਆ। ਰਾਤ ਨੂੰ ਉਹ ਕਮਰੇ ਵਿੱਚ ਬੇਚੈਨੀ ਮਹਿਸੂਸ ਕਰਦੀ ਸੀ ਕਿਉਂਕਿ ਉਸ ਦਾ ਬਾਹਰ ਜਾਣ ਦਾ ਮਨ ਹੁੰਦਾ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਨਾਲ ਕੀ ਹੋ ਰਿਹਾ ਸੀ। ਕਈ ਵਾਰ ਉਹ ਮੈਨੂੰ ਕਹਿੰਦੀ ਸੀ ਕਿ ਮੇਰਾ ਦਿਲ ਘਬਰਾ ਰਿਹਾ ਹੈ, ਮੈਂ ਬਾਹਰ ਜਾ ਰਹੀ ਹਾਂ। ਉਹ ਛੱਤ ਤੇ ਚਲੀ ਜਾਂਦੀ। ਉਸ ਦੇ ਜਾਣ ਤੋਂ ਬਾਅਦ ਮੈਂ ਅੰਦਰ ਹੀ ਬੈਠਾ ਰਿਹਾ। ਅੱਜ ਵੀ ਉਹ ਕਮਰੇ ਤੋਂ ਬਾਹਰ ਸੀ। ਮੈਂ ਆਪਣਾ ਮੋਬਾਈਲ ਚਲਾ ਰਿਹਾ ਸੀ ਕਿ ਅਚਾਨਕ ਮੈਨੂੰ ਉਸਦੀ ਚੀਖ ਸੁਣਾਈ ਦਿੱਤੀ ਅਤੇ ਮੈਂ ਡਰ ਗਿਆ। ਮੈਂ ਝੱਟ ਉੱਠ ਕੇ ਕਮਰੇ ਤੋਂ ਬਾਹਰ ਚਲਾ ਗਿਆ। ਮੈਂ ਉਸ ਨੂੰ ਕਿਤੇ ਵੀ ਨਹੀਂ ਦੇਖ ਸਕਿਆ। ਮੈਂ ਸੋਚਣ ਲੱਗਾ ਕਿ ਉਸ ਦੀ ਆਵਾਜ਼ ਕਿੱਥੋਂ ਆ ਰਹੀ ਸੀ। ਜਦੋਂ ਮੈਂ ਛੱਤ ਤੇ ਗਿਆ ਤਾਂ ਮੈਂ ਹੈਰਾਨ ਰਹਿ ਗਿਆ। ਉਹ ਛੱਤ ਤੇ ਬੇਹੋਸ਼ ਪਈ ਸੀ। ਮੈਂ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਹੋਸ਼ ਵਿੱਚ ਆਉਣ ਲਈ ਕਿਹਾ, ਪਰ ਉਹ ਨਹੀਂ ਉੱਠੀ। ਮੈਂ ਉਸ ਨੂੰ ਆਪਣੀ ਗੋਦੀ ਵਿੱਚ ਚੁੱਕ ਕੇ ਆਪਣੇ ਕਮਰੇ ਵਿੱਚ ਲੈ ਆਇਆ ਅਤੇ ਜਲਦੀ ਨਾਲ ਮਾਂ ਨੂੰ ਬੁਲਾਇਆ। ਉਸ ਨੂੰ ਦੇਖ ਕੇ ਮਾਂ ਬਹੁਤ ਦੁਖੀ ਹੋਈ। ਪਤਾ ਨਹੀਂ ਉਸ ਨੂੰ ਕੀ ਹੋ ਗਿਆ। ਮਾਤਾ ਜੀ ਨੇ ਕਿਹਾ ਕਿ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਉਸ ਨੂੰ ਇਸ ਤਰ੍ਹਾਂ ਹੀ ਛੱਡ ਦਿਓ, ਸਵੇਰ ਤੱਕ ਉਸ ਨੂੰ ਹੋਸ਼ ਆ ਜਾਵੇਗਾ। ਮੈਂ ਹੈਰਾਨੀ ਨਾਲ ਮਾਂ ਵੱਲ ਦੇਖਿਆ ਅਤੇ ਕਿਹਾ, ਤੁਹਾਨੂੰ ਕੀ ਹੋ ਗਿਆ ਹੈ? ਮੈਂ ਇਸ ਨੂੰ ਇਸ ਤਰ੍ਹਾਂ ਛੱਡ ਦਿਆਂਗਾ? ਮੈਂ ਗੁੱਸੇ ਵਿੱਚ ਕਿਹਾ ਕਿ ਮੈਂ ਉਸ ਨੂੰ ਹਸਪਤਾਲ ਲੈ ਜਾ ਰਿਹਾ ਹਾਂ, ਪਰ ਮਾਂ ਨੇ ਉਸ ਨੂੰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮਾਂ ਕਿਉਂ ਇਨਕਾਰ ਕਰ ਰਹੀ ਸੀ। ਜਦੋਂ ਮੇਰੀ ਮਾਂ ਨੇ ਬਹੁਤ ਜ਼ੋਰ ਪਾਇਆ ਤਾਂ ਮੈਂ ਉਸ ਦੀ ਗੱਲ ਮੰਨ ਲਈ ਅਤੇ ਕਮਰੇ ਵਿੱਚ ਬੈਠਾ ਰਿਹਾ। ਮਾਂ ਜਾ ਚੁੱਕੀ ਸੀ। ਮੈਂ ਆਪਣੀ ਪਤਨੀ ਕੋਲ ਬੈਠ ਗਿਆ। ਉਸ ਦੇ ਚਿਹਰੇ ਵੱਲ ਦੇਖ ਰਿਹਾ ਸੀ। ਮੇਰੇ ਦਿਲ ਵਿੱਚ ਕੁਝ ਹੋ ਰਿਹਾ ਸੀ। ਪਤਾ ਨਹੀਂ ਉਸ ਦੀ ਹਾਲਤ ਕਿਉਂ ਅਜੀਬ ਹੋ ਗਈ ਸੀ। ਉਸ ਦੇ ਚਿਹਰੇ ਦਾ ਰੰਗ ਵੀ ਉੱਡ ਗਿਆ ਸੀ। ਮੈਂ ਕਾਫੀ ਦੇਰ ਤੱਕ ਬੈਠਾ ਰਿਹਾ। ਮੈਨੂੰ ਨੀਂਦ ਆਉਣ ਲੱਗੀ ਸੀ, ਪਰ ਮੈਂ ਸੌਣਾ ਨਹੀਂ ਚਾਹੁੰਦਾ ਸੀ। ਮੈਂ ਉਸ ਵੱਲ ਦੇਖ ਰਿਹਾ ਸੀ। ਕਾਫੀ ਦੇਰ ਬਾਅਦ ਉਸਨੇ ਹੌਲੀ-ਹੌਲੀ ਅੱਖਾਂ ਖੋਲ੍ਹੀਆਂ। ਮੈਂ ਉਸ ਦੇ ਕੋਲ ਬੈਠਾ ਸੀ। ਉਹ ਮੈਨੂੰ ਇਸ ਤਰ੍ਹਾਂ ਦੇਖਣ ਲੱਗੀ ਜਿਵੇਂ ਮੈਨੂੰ ਪਛਾਣਨ
ਦੀ ਕੋਸ਼ਿਸ਼ ਕਰ ਰਹੀ ਹੋਵੇ। ਮੈਂ ਉਸ ਦਾ ਹੱਥ ਫੜ ਕੇ ਪੁੱਛਿਆ, ਤੈਨੂੰ ਕੀ ਹੋਇਆ ਹੈ? ਕੀ ਤੁਸੀਂ ਠੀਕ ਮਹਿਸੂਸ ਕਰ ਰਹੇ ਹੋ? ਉਹ ਮੇਰੇ ਚਿਹਰੇ ਵੱਲ ਦੇਖਣ ਲੱਗੀ। ਉਹ ਕੁਝ ਨਹੀਂ ਕਹਿ ਰਹੀ ਸੀ, ਪਰ ਮੈਂ ਉਸ ਵੱਲ ਦੇਖ ਰਿਹਾ ਸੀ। ਅਚਾਨਕ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਉਸ ਨੂੰ ਪੁੱਛਿਆ, ਕੀ ਹੋਇਆ? ਤੁਸੀਂ ਇਸ ਤਰ੍ਹਾਂ ਕਿਉਂ ਰੋ ਰਹੇ ਹੋ? ਉਹ ਮੈਨੂੰ ਪੁੱਛਣ ਲੱਗੀ, ਮੈਨੂੰ ਕੀ ਹੋਇਆ? ਮੈਂ ਉਸ ਵੱਲ ਦੇਖਿਆ ਅਤੇ ਕਿਹਾ, ਸਿਰਫ ਤੁਹਾਨੂੰ ਪਤਾ ਹੋਵੇਗਾ ਕਿ ਤੁਹਾਨੂੰ ਕੀ ਹੋਇਆ ਹੈ। ਜੇ ਤੇਰੀ ਤਬੀਅਤ ਠੀਕ ਨਹੀਂ ਸੀ ਤਾਂ ਤੁਸੀਂ ਮੈਨੂੰ ਦੱਸਣਾ ਸੀ, ਮੈਂ ਤੈਨੂੰ ਡਾਕਟਰ ਕੋਲ ਲੈ ਜਾਂਦਾ, ਪਰ ਤੂੰ ਛੱਤ ਤੇ ਚਲੀ ਗਈ। ਮੈਂ ਤੁਹਾਨੂੰ ਚੀਕਾਂ ਮਾਰਦੇ ਸੁਣਿਆ, ਫਿਰ ਮੈਂ ਤੁਹਾਨੂੰ ਦੇਖਣ ਲਈ ਭੱਜਿਆ। ਉਸ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਹੋ ਗਿਆ ਸੀ। ਮੈਂ ਉਸ ਦੇ ਚਿਹਰੇ ਵੱਲ ਦੇਖਣ ਲੱਗਾ। ਉਸ ਨੂੰ ਬਹੁਤ ਤਕਲੀਫ ਸੀ। ਮੈਂ ਆਪ ਹੀ ਨਹੀਂ ਸਮਝ ਰਿਹਾ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ। ਉਹ ਮੈਨੂੰ ਕਹਿਣ ਲੱਗੀ ਕਿ ਮੈਂ ਆਪਣੀ ਮਾਂ ਦੇ ਘਰ ਜਾਣਾ ਚਾਹੁੰਦੀ ਹਾਂ, ਤਾਂ ਮੈਂ ਉਸ ਨੂੰ ਜਾਣ ਲਈ ਕਿਹਾ। ਮੈਂ ਕਦੇ ਇਨਕਾਰ ਨਹੀਂ ਕੀਤਾ। ਮੈਂ ਕਿਹਾ, ਪਹਿਲਾਂ ਆਪਣੀ ਸਿਹਤ ਦਾ ਖਿਆਲ ਰੱਖੋ। ਉਸ ਨੇ ਮੈਨੂੰ ਕਿਹਾ ਕਿ ਮੈਨੂੰ ਤੇਰੀ ਮਾਂ ਨੇ ਮਨਾ ਕੀਤਾ ਹੈ, ਮੈਂ ਕਿਤੇ ਨਹੀਂ ਜਾ ਸਕਦੀ। ਉਸ ਦੀ ਇਹ ਗੱਲ ਸੁਣ ਕੇ ਮੈਂ ਸੋਚਣ ਲੱਗਾ ਕਿ ਮਾਂ ਨੇ ਉਸ ਨੂੰ ਜਾਣ ਤੋਂ ਇਨਕਾਰ ਕਿਉਂ ਕੀਤਾ। ਅੱਜ ਜਦੋਂ ਮੈਂ ਦਫ਼ਤਰ ਤੋਂ ਘਰ ਆਇਆ ਤਾਂ ਮੇਰੀ ਪਤਨੀ ਰਸੋਈ ਦੇ ਕੰਮ ਵਿੱਚ ਰੁੱਝੀ ਹੋਈ ਸੀ। ਮੈਂ ਮਾਂ ਨੂੰ ਉਸ ਬਾਰੇ ਪੁੱਛਿਆ, ਉਹ ਕਿਵੇਂ ਹੈ ਅਤੇ ਘਰ ਵਿੱਚ ਸਾਰਿਆਂ ਨਾਲ ਉਸ ਦਾ ਵਿਵਹਾਰ ਕਿਵੇਂ ਹੈ। ਮਾਤਾ ਜੀ ਨੇ ਮੈਨੂੰ ਕਿਹਾ ਕਿ ਇਹ ਠੀਕ ਹੈ ਅਤੇ ਸਾਰਿਆਂ ਨਾਲ ਵਿਵਹਾਰ ਵੀ ਚੰਗਾ ਹੈ। ਮਾਂ ਨੇ ਕਦੇ ਵੀ ਮੇਰੇ ਕੋਲ ਉਸ ਬਾਰੇ ਸ਼ਿਕਾਇਤ ਨਹੀਂ ਕੀਤੀ। ਉਸ ਨੇ ਮੇਰੇ ਨਾਲ ਇਸ ਬਾਰੇ ਵੀ ਗੱਲ ਨਹੀਂ ਕੀਤੀ ਕਿ ਉਹ ਕਿਵੇਂ ਹੈ ਅਤੇ ਉਹ ਸਾਰਾ ਦਿਨ ਘਰ ਵਿੱਚ ਕੀ ਕਰਦੀ ਹੈ। ਮਾਂ ਮੈਨੂੰ ਦੱਸਣਾ ਨਹੀਂ ਚਾਹੁੰਦੀ ਸੀ। ਮੈਂ ਸੋਚਦਾ ਸੀ ਕਿ ਅਸੀਂ ਦੋਵੇਂ ਇੱਕ ਦੂਜੇ ਤੋਂ ਬਹੁਤ ਖੁਸ਼ ਹਾਂ, ਪਰ ਜਦੋਂ ਵੀ ਮੈਂ ਕੰਮ ਤੋਂ ਘਰ ਆਉਂਦਾ ਹਾਂ ਤਾਂ ਮੇਰੀ ਪਤਨੀ ਮੈਨੂੰ ਦੇਖ ਕੇ ਬਹੁਤ ਖੁਸ਼ ਹੁੰਦੀ, ਪਰ ਮੈਨੂੰ ਲੱਗਦਾ ਸੀ ਜਿਵੇਂ ਉਹ ਮੇਰੀ ਗੈਰ ਮੌਜੂਦਗੀ ਵਿੱਚ ਬੇਚੈਨ ਰਹਿੰਦੀ ਹੈ। ਇੱਕ ਦਿਨ ਮੈਂ ਆਪਣੀ ਮਾਂ ਨੂੰ ਪੁੱਛਿਆ, ਮਾਤਾ ਜੀ, ਤੁਹਾਡੀ ਅਤੇ ਮੇਰੀ ਪਤਨੀ ਵਿੱਚ ਕੋਈ ਗੱਲ ਹੋਈ ਹੈ ਕਿਆ? ਕਾਫੀ ਸਮੇਂ ਤੋਂ ਮੈਂ ਦੇਖ ਰਿਹਾ ਹਾਂ ਕਿ ਤੁਸੀਂ ਦੋਵੇਂ ਇੱਕ ਦੂਜੇ ਨਾਲ ਠੀਕ ਤਰ੍ਹਾਂ ਨਾਲ ਗੱਲ ਨਹੀਂ ਕਰ ਰਹੇ ਹੋ। ਮਾਂ ਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਅਤੇ ਪੁੱਛਿਆ, ਤੈਨੂੰ ਕੀ ਹੋ ਗਿਆ ਹੈ? ਕਿਉਂ ਸਵਾਲ ਪੁੱਛ ਰਹੇ ਹੋ? ਉਹ ਮੇਰੀ ਧੀਆਂ ਵਰਗੀ ਹੈ। ਮੈਂ ਉਸ ਨੂੰ ਕਿਉਂ ਕੁਝ ਕਵਾਂਗੀ ਅਤੇ ਫਿਰ ਵੀ ਉਹ ਮੈਨੂੰ ਕੁਝ ਨਹੀਂ ਕਹਿੰਦੀ। ਮੈਨੂੰ ਆਪਣੀ ਮਾਂ ਸਮਝਦੀ ਹੈ ਅਤੇ ਤੁਸੀਂ ਮੈਨੂੰ ਬਹੁਤ ਅਜੀਬ ਸਵਾਲ ਕਿਉਂ ਪੁੱਛ ਰਹੇ ਹੋ? ਮੈਂ ਕਿਹਾ, ਨਹੀਂ ਮਾਂ, ਮੇਰਾ ਇਹ ਮਤਲਬ ਨਹੀਂ ਸੀ। ਮੈਂ ਐਵੇਂ ਹੀ ਪੁੱਛ ਰਿਹਾ ਸੀ। ਇੰਜ ਲੱਗਦਾ ਹੈ ਜਿਵੇਂ ਤੁਸੀਂ ਪਰੇਸ਼ਾਨ ਹੋ ਜਾਂ ਉਹ ਪਰੇਸ਼ਾਨ ਹੈ। ਮਾਂ ਨੇ ਕਿਹਾ, ਅਜੀ ਕੋਈ ਗੱਲ ਨਹੀਂ, ਤੁਹਾਡੀ ਪਤਨੀ ਬਹੁਤ ਚੰਗੀ ਹੈ, ਉਸ ਦਾ ਧਿਆਨ ਰੱਖੋ, ਉਹ ਜ਼ਿੰਦਗੀ ਵਿੱਚ ਤੁਹਾਡਾ ਬਹੁਤ ਸਾਥ ਦੇਵੇਗੀ। ਮਾਂ ਅੱਜ ਕੱਲ੍ਹ ਬੜੀਆਂ ਅਜੀਬ ਗੱਲਾਂ ਕਹਿ ਰਹੀ ਸੀ। ਉਹ ਮੈਨੂੰ ਕਹਿ ਰਹੀ ਸੀ ਕਿ ਉਸ ਦਾ ਖਿਆਲ ਰੱਖੋ, ਉਹ ਤੇਰਾ ਵੀ ਖਿਆਲ ਰੱਖੇਗੀ। ਮੈਂ ਤੁਹਾਡੇ ਲਈ ਇੱਕ ਚੰਗੀ ਪਤਨੀ ਲੱਭੀ ਹੈ। ਮੈਂ ਸਮਝ ਨਹੀਂ ਸਕਿਆ ਕਿ ਉਹ ਅਜਿਹੀਆਂ ਗੱਲਾਂ ਕਿਉਂ ਕਰ ਰਹੀ ਹੈ। ਸਮਝ ਤੇ ਮੈਨੂੰ ਉਸ ਦਿਨ ਆਈ ਸੀ ਜਿਸ ਦਿਨ ਮੇਰੀ ਮਾਂ ਦੀ ਮੌਤ ਹੋ ਗਈ। ਇੱਕ ਦਿਨ ਅਚਾਨਕ ਮਾਂ ਦੀ ਤਬੀਅਤ ਵਿਗੜ ਗਈ। ਮਾਂ ਸ਼ੂਗਰ ਦੀ ਮਰੀਜ਼ ਸੀ। ਉਸ ਦੀ ਸ਼ੂਗਰ ਬਹੁਤ ਜ਼ਿਆਦਾ ਹੋਣਾ ਉਸ ਦੀ ਮੌਤ ਦਾ ਕਾਰਨ ਬਣ ਗਿਆ। ਮੈਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਮਾਂ ਮੈਨੂੰ ਛੱਡ ਕੇ ਚਲੀ ਗਈ ਹੈ। ਮੈਨੂੰ ਲੱਗਾ ਜਿਵੇਂ ਸਭ ਕੁਝ ਖਤਮ ਹੋ ਗਿਆ ਹੋਵੇ। ਮੇਰੀਆਂ ਭੈਣਾਂ ਵੀ ਬਹੁਤ ਰੋ ਰਹੀਆਂ ਸਨ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ, ਪਰ ਮੇਰੀਆਂ ਅੱਖਾਂ ਹਮੇਸ਼ਾ ਘਰੋਂ ਮਾਂ ਨੂੰ ਲੱਭਦੀਆਂ ਰਹਿੰਦੀਆਂ ਸਨ। ਜਿਸ ਤਰ੍ਹਾਂ ਮਾਂ ਮੇਰੇ ਤੇ ਗੁੱਸੇ ਹੁੰਦੀ ਸੀ, ਮੇਰੀ ਫਿਕਰ ਕਰਦੀ ਸੀ, ਮੈਨੂੰ ਪਿਆਰ ਕਰਦੀ ਸੀ। ਸ਼ਾਇਦ ਮੈਨੂੰ ਕੋਈ ਵੀ ਇੰਨਾ ਪਿਆਰ ਨਹੀਂ ਦੇ ਸਕਦਾ ਸੀ ਜਿੰਨਾ ਮੇਰੀ ਮਾਂ ਕਰਦੀ ਸੀ। ਮੇਰੀ ਮਾਂ ਤੋਂ ਬਿਨਾਂ ਉਹ ਘਰ ਮੈਨੂੰ ਖਾਣ ਨੂੰ ਪੈਂਦਾ ਸੀ। ਮੈਂ ਘਰ ਵਿੱਚ ਆਪਣੀ ਮਾਂ ਨੂੰ ਲੱਭਿਆ, ਪਰ ਮੈਨੂੰ ਉਹ ਕਿਤੇ ਨਜ਼ਰ ਨਹੀਂ ਆਈ। ਮੈਂ ਆਪਣੀ ਮਾਂ ਦੇ ਗਮ ਵਿੱਚ ਬਹੁਤ ਗੁਆਚਿਆ ਹੋਇਆ ਸੀ। ਪਰ ਕੁਝ ਦਿਨਾਂ ਬਾਅਦ ਜਦੋਂ ਮੈਂ ਆਪਣੀ ਮਾਂ ਦੇ ਗਮ ਤੋਂ ਕੁਝ ਸੰਭਲ ਪਾਇਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਮੇਰੇ ਨਾਲੋਂ ਜ਼ਿਆਦਾ ਦੁਖੀ ਸੀ ਮੇਰੀ ਮਾਂ ਦੀ ਮੌਤ ਤੋਂ। ਉਹ ਅਕਸਰ ਆਪਣੇ ਆਪ ਵਿੱਚ ਗੁਆਚੀ ਰਹਿੰਦੀ ਸੀ। ਜਦੋਂ ਵੀ ਮੈਂ ਉਸ ਨੂੰ ਬੁਲਾਉਂਦਾ ਸੀ ਤਾਂ ਉਹ ਨਾ ਜਾਣੇ ਕਿੱਥੇ ਖੋਈ ਹੋਈ ਹੁੰਦੀ ਸੀ। ਅੱਜ ਵੀ ਉਹ ਕੰਮ ਵਿੱਚ ਇੰਨੀ ਰੁੱਝੀ ਹੋਈ ਸੀ ਕਿ ਮੈਂ ਕਾਫੀ ਦੇਰ ਤੋਂ ਉਸ ਨੂੰ ਬੁਲਾ ਰਿਹਾ ਸੀ, ਪਰ ਉਹ ਮੇਰੀ ਆਵਾਜ਼ ਨਹੀਂ ਸੁਣ ਰਹੀ ਸੀ। ਮੈਂ ਉਸ ਦੇ ਹੋਰ ਨੇੜੇ ਗਿਆ। ਜਦੋਂ ਮੈਂ ਉਸ ਦੇ ਮੋਢੇ ਤੇ ਹੱਥ ਰੱਖਿਆ ਤਾਂ ਉਹ ਇੱਕਦਮ ਡਰ ਗਈ ਅਤੇ ਮੇਰੇ ਵੱਲ ਦੇਖਣ ਲੱਗੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਇੰਨਾ ਕਿਉਂ ਡਰਦੀ ਹੈ? ਕੀ ਹੋਇਆ ਹੈ? ਕੋਈ ਭੂਤ ਨਹੀਂ ਹੈ? ਮੈਂ ਹਾਂ। ਉਹ ਆਪਣੇ ਚਾਰੇ ਪਾਸੇ ਦੇਖਣ ਲੱਗੀ। ਮੈਂ ਉਸ ਨੂੰ ਪੁੱਛਿਆ, ਕੀ ਹੋਇਆ? ਤੁਸੀਂ ਇੰਨੇ ਚਿੰਤਤ ਕਿਉਂ ਹੋ ਰਹੇ ਹੋ? ਮੈਂ ਇਕੱਲਾ ਹਾਂ, ਇੱਥੇ ਹੋਰ ਕੋਈ ਨਹੀਂ ਹੈ। ਉਸਨੇ ਮੇਰੇ ਵੱਲ ਵੇਖਿਆ ਅਤੇ ਕਿਹਾ ਕਿ ਕੀ ਉਹ ਤੁਹਾਡੀ ਗੱਲ ਮੰਨ ਲਵੇ, ਅਤੇ ਇਹ ਕਹਿ ਕੇ ਉਹ ਚੁੱਪ ਹੋ ਗਈ। ਮੈਂ ਹੈਰਾਨੀ ਨਾਲ ਪੁੱਛਿਆ, ਮਾਂ ਨੂੰ ਕੀ ਹੋਇਆ? ਜਦੋਂ ਮੈਂ ਗੁੱਸੇ ਨਾਲ ਪੁੱਛਿਆ ਤਾਂ ਉਹ ਮੇਰੇ ਵੱਲ ਦੇਖ ਕੇ ਸਿਰ ਹਿਲਾਉਣ ਲੱਗੀ। ਪਤਾ ਨਹੀਂ ਉਸ ਨੂੰ ਕੀ ਹੋ ਗਿਆ।
ਮੈਂ ਉਸ ਨੂੰ ਕਿਹਾ ਕਿ ਮੈਨੂੰ ਖਾਣਾ ਦੇ ਦਿਓ। ਮੇਰੀ ਗੱਲ ਸੁਣ ਕੇ ਉਸਨੇ ਫਿਰ ਸਿਰ ਹਿਲਾਇਆ। ਮੈਂ ਉਸ ਦੀ ਕਹਾਣੀ ਨੂੰ ਸਮਝ ਨਹੀਂ ਸਕਿਆ। ਪਤਾ ਨਹੀਂ ਉਹ ਕੀ ਕਹਿਣਾ ਚਾਹੁੰਦੀ ਸੀ। ਪੁੱਛਣ ਤੇ ਵੀ ਉਹ ਮੈਨੂੰ ਕੁਝ ਨਹੀਂ ਦੱਸਦੀ ਸੀ ਅਤੇ ਜੇ ਪੁੱਛਦਾ ਵੀ ਸੀ ਤਾਂ ਉਹ ਆਪਣੇ ਆਪ 'ਚ ਹੀ ਗਵਾਚ ਜਾਂਦੀ ਸੀ। ਕੁਝ ਦਿਨ ਇਸੇ ਤਰ੍ਹਾਂ ਬੀਤ ਗਏ ਅਤੇ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਮਾਂ ਬਣਨ ਵਾਲੀ ਹੈ। ਇਸ ਸਮੇਂ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹ ਵੀ ਬਹੁਤ ਖੁਸ਼ ਸੀ ਪਰ ਥੋੜੀ ਡਰੀ ਹੋਈ ਲੱਗ ਰਹੀ ਸੀ। ਰਾਤ ਨੂੰ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੀ ਪਤਨੀ ਕਮਰੇ ਵਿੱਚ ਨਹੀਂ ਸੀ। ਮੈਂ ਉਸ ਨੂੰ ਇੱਧਰ ਉੱਧਰ ਲੱਭਣ ਲੱਗਾ। ਪਤਾ ਨਹੀਂ ਉਹ ਕਿੱਥੇ ਚਲੀ ਗਈ ਸੀ। ਜਦੋਂ ਮੈਂ ਉੱਠ ਕੇ ਕਮਰੇ ਵਿੱਚੋਂ ਬਾਹਰ ਆਇਆ ਤਾਂ ਉਹ ਵਿਹੜੇ ਵਿੱਚ ਬੈਠੀ ਸੀ। ਮੈਂ ਸੋਚ ਰਿਹਾ ਸੀ ਕਿ ਉਹ ਵਿਹੜੇ ਵਿੱਚ ਇਸ ਤਰ੍ਹਾਂ ਕਿਉਂ ਬੈਠੀ ਹੈ। ਜਦੋਂ ਮੈਂ ਜਾ ਕੇ ਉਸ ਦੇ ਕੋਲ ਬੈਠਾ ਤਾਂ ਲੱਗਦਾ ਸੀ ਕਿ ਉਹ ਕਿੱਧਰੋਂ ਆਈ ਸੀ। ਉਹ ਜ਼ੋਰ-ਜ਼ੋਰ ਨਾਲ ਸਾਹ ਲੈ ਰਹੀ ਸੀ। ਚਿਹਰੇ ਤੇ ਪਸੀਨਾ ਸੀ। ਮੈਂ ਸੋਚ ਰਿਹਾ ਸੀ ਕਿ ਉਹ ਇੰਨੀ ਦੇਰ ਰਾਤ ਕਿੱਥੇ ਗਈ ਸੀ। ਉਸਨੇ ਇੱਕ ਪੁਰਾਣੀ ਚਾਦਰ ਵੀ ਰੱਖੀ ਹੋਈ ਸੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਕਿੱਥੇ ਗਈ ਸੀ। ਉਸਨੇ ਮੇਰੇ ਵੱਲ ਦੇਖਿਆ ਅਤੇ ਕਿਹਾ ਕਿ ਮੈਂ ਕਿਤੇ ਨਹੀਂ ਗਈ ਸੀ। ਮੈਂ ਕਿਹਾ ਫਿਰ ਇਹ ਸਭ ਕੀ ਹੋ ਰਿਹਾ ਹੈ? ਤੂੰ ਕਾਲੀ ਚਾਦਰ ਕਿਉਂ ਕੋਲ ਰੱਖੀ ਹੈ ਤੇ ਤੇਰਾ ਦਮ ਵੀ ਕਿਉਂ ਚੜਿਆ ਹੋਇਆ ਹੈ? ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤੁਸੀਂ ਕਿਤੇ ਚਲੇ ਗਏ ਸੀ। ਉਹ ਕਹਿਣ ਲੱਗੀ ਕਿ ਨਹੀਂ, ਮੈਂ ਕਿਤੇ ਨਹੀਂ ਗਈ ਸੀ। ਮੈਨੂੰ ਕਿੱਥੇ ਜਾਣ ਦੀ ਕੀ ਲੋੜ ਸੀ? ਮੈਂ ਕਿਧਰੇ ਨਹੀਂ ਗਈ ਸੀ, ਨਾ ਹੀ ਮੈਨੂੰ ਕੁਝ ਪਤਾ ਸੀ। ਮੈਂ ਕਮਰੇ ਤੋਂ ਬਾਹਰ ਆ ਕੇ ਇੱਥੇ ਬੈਠ ਗਈ ਸੀ। ਕਮਰੇ ਵਿੱਚ ਮੇਰਾ ਦਮ ਘੁੱਟਦਾ ਮਹਿਸੂਸ ਹੋ ਰਿਹਾ ਸੀ। ਮੈਂ ਅਤੇ ਮੇਰਾ ਦਿਲ ਵੀ ਘਬਰਾ ਰਿਹਾ ਸੀ ਅਤੇ ਮੈਨੂੰ ਇਸ ਸਮੇਂ ਠੰਡ ਮਹਿਸੂਸ ਹੋ ਰਹੀ ਸੀ। ਇਸ ਲਈ ਮੈਂ ਆਪਣੇ ਆਪ ਨੂੰ ਇਸ ਚਾਦਰ ਨਾਲ ਢੱਕ ਲਿਆ ਹੈ। ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ। ਪਰ ਇੰਨੀ ਗਰਮੀ ਵਿੱਚ ਉਸ ਨੂੰ ਠੰਡ ਕਿਉਂ ਲੱਗ ਰਹੀ ਸੀ? ਇਹ ਗੱਲ ਮੈਨੂੰ ਅਜੀਬ ਲੱਗ ਗਈ। ਮੈਂ ਉਸ ਨੂੰ ਕਮਰੇ ਵਿੱਚ ਲੈ ਆਇਆ। ਉਹਦਾ ਚਿਹਰਾ ਦੇਖਣ ਲੱਗਾ। ਉਹ ਬਹੁਤ ਘਬਰਾਈ ਹੋਈ ਲੱਗ ਰਹੀ ਸੀ। ਜਦੋਂ ਮੈਂ ਉਸਦਾ ਹੱਥ ਫੜਿਆ ਤਾਂ ਉਸਦੇ ਹੱਥ ਬਿਲਕੁਲ ਠੰਡੇ ਸਨ। ਮੈਂ ਉਸ ਨੂੰ ਦੁਬਾਰਾ ਪਾਣੀ ਦਿੱਤਾ ਅਤੇ ਉਹ ਪਾਣੀ ਪੀ ਕੇ ਸੌਂ ਗਈ। ਮੈਂ ਕਮਰੇ ਤੋਂ ਬਾਹਰ ਆ ਕੇ ਉਸ ਬਾਰੇ ਸੋਚਣ ਲੱਗਾ। ਜਦੋਂ ਤੋਂ ਮੈਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਹੈ, ਉਹ ਬਹੁਤ ਅਜੀਬ ਹੋ ਗਈ ਸੀ ਅਤੇ ਮੇਰੇ ਤੋਂ ਦੂਰ ਹੀ ਰਹਿੰਦੀ ਸੀ। ਕਈ ਵਾਰ ਮੈਨੂੰ ਲੱਗਦਾ ਸੀ ਕਿ ਉਹ ਮੇਰੇ ਤੋਂ ਦੂਰ ਰਹਿਣਾ ਚਾਹੁੰਦੀ ਹੈ। ਸ਼ਾਇਦ ਉਹ ਮੇਰੇ ਨੇੜੇ ਨਹੀਂ ਰਹਿਣਾ ਚਾਹੁੰਦੀ, ਪਰ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਮੈਂ ਉਸ 'ਤੇ ਗੁੱਸਾ ਨਹੀਂ ਕਰਨਾ ਚਾਹੁੰਦਾ ਸੀ, ਨਾ ਹੀ ਮੈਂ ਉਸ ਨੂੰ ਕੁਝ ਕਹਿ ਸਕਦਾ ਸੀ। ਜਦੋਂ ਮੈਂ ਉਸ ਨੂੰ ਝਿੜਕਦਾ ਜਾਂ ਉਸ ਨੂੰ ਕੁਝ ਕਹਿੰਦਾ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਸੀ। ਕੁਝ ਦੇਰ ਬਾਅਦ ਜਦੋਂ ਮੈਂ ਕਮਰੇ ਵਿੱਚ ਗਿਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਆਪਣੇ ਆਪ 'ਤੇ ਪਾਣੀ ਪਾ ਰਹੀ ਸੀ। ਮੈਂ ਗੁੱਸੇ ਨਾਲ ਕਿਹਾ, ਕੀ ਕਰ ਰਹੇ ਹੋ? ਪਾਗਲ ਹੋ ਗਏ ਹੋ? ਪਤਾ ਨਹੀਂ ਨਾ ਜਾਣੇ ਆਪਣੇ ਆਪ 'ਤੇ ਠੰਡਾ ਪਾਣੀ ਕਿਉਂ ਪਾ ਰਹੀ ਸੀ। ਉਹ ਮੈਨੂੰ ਕਹਿਣ ਲੱਗੀ, ਮੈਨੂੰ ਬਹੁਤ ਗਰਮੀ ਲੱਗ ਰਹੀ ਸੀ, ਇਸ ਲਈ ਮੈਂ ਇਹ ਪਾਣੀ ਪਾ ਰਹੀ ਹਾਂ। ਮੈਂ ਉਸ ਨੂੰ ਪਾਣੀ ਪਾਉਣ ਤੋਂ ਰੋਕਿਆ ਪਰ ਉਹ ਆਪਣੇ ਆਪ ਤੇ ਪਾਣੀ ਡੋਲਦੀ ਰਹੀ। ਮੈਂ ਗੁੱਸੇ ਵਿੱਚ ਕਿਹਾ, ਰੁਕੋ ਪਾਗਲ ਕੁੜੀ, ਇਹ ਕਿਹੋ ਜਿਹਾ ਪਾਗਲਪਨ ਹੈ? ਇਹ ਸਭ ਬੰਦ ਕਰੋ। ਉਸ ਨੇ ਸਾਰਾ ਪਾਣੀ ਆਪਣੇ ਉੱਤੇ ਡੋਲ ਦਿੱਤਾ। ਮੈਂ ਕੰਮ ਵਿਗੜਦਾ ਦੇਖ ਰਿਹਾ ਸੀ। ਉਹ ਡੂੰਘੇ ਸਾਹ ਲੈਣ ਲੱਗੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਇਸ ਦਾ ਕੀ ਕਰਾਂ। ਮੈਂ ਉਸ ਦੀ ਬਾਂਹ ਫੜੀ ਅਤੇ ਉਸ ਨੂੰ ਦੂਜੇ ਕਮਰੇ ਵਿੱਚ ਲੈ ਆਇਆ ਅਤੇ ਉਸ ਨੂੰ ਇੱਥੇ ਬੈਠਣ ਲਈ ਕਿਹਾ। ਇੱਥੇ ਬੈਠ ਕੇ ਆਰਾਮ ਕਰ। ਪਤਾ ਨਹੀਂ ਇੰਨੀ ਦੇਰ ਰਾਤ ਤੁਹਾਡੇ ਦਿਮਾਗ ਵਿੱਚ ਕੀ ਪਾਗਲਪਨ ਆ ਰਿਹਾ ਹੈ। ਇਸ ਤੋਂ ਬਾਅਦ ਮੈਂ ਉਸ ਨੂੰ ਜਾ ਕੇ ਕੱਪੜੇ ਬਦਲਣ ਲਈ ਕਿਹਾ ਅਤੇ ਦੂਜੇ ਕਮਰੇ ਵਿੱਚ ਜਾ ਕੇ ਸੌਂ ਗਈ। ਜਦੋਂ ਸਵੇਰ ਹੋਈ ਤਾਂ ਮੇਰੀ ਪਤਨੀ ਰਸੋਈ ਵਿੱਚ ਨਾਸ਼ਤਾ ਬਣਾ ਰਹੀ ਸੀ। ਮੈਂ ਉਸ ਵੱਲ ਹੀ ਦੇਖ ਰਿਹਾ ਸੀ। ਉਹ ਬਹੁਤ ਗੰਭੀਰਤਾ ਨਾਲ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ। ਜਦੋਂ ਮੈਂ ਉਸ ਨੂੰ ਅਚਾਨਕ ਬੁਲਾਇਆ ਤਾਂ ਉਹ ਡਰ ਗਈ ਅਤੇ ਅਚਾਨਕ ਕੁਰਸੀ ਤੇ ਬੈਠ ਗਈ। ਮੈਂ ਹੈਰਾਨ ਸੀ ਕਿ ਮੈਂ ਉਸ ਨੂੰ ਇੰਨੀ ਉੱਚੀ ਆਵਾਜ਼ ਵਿੱਚ ਬੁਲਾਇਆ ਵੀ ਨਹੀਂ ਸੀ ਕਿ ਉਹ ਇੰਨੀ ਡਰ ਗਈ। ਮੈਂ ਕਿਹਾ, ਤੁਸੀਂ ਠੀਕ ਹੋ? ਉਸਨੇ ਨਾ ਵਿੱਚ ਸਿਰ ਹਿਲਾਇਆ ਅਤੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਠੀਕ ਹੋ ਸਕਦੀ ਹਾਂ ਜਾਂ ਨਹੀਂ। ਮੈਂ ਬਹੁਤ ਗਲਤ ਹਾਂ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਸਨੇ ਕੀ ਕਿਹਾ ਜਾਂ ਉਹ ਕੀ ਕਹਿਣਾ ਚਾਹੁੰਦੀ ਹੈ। ਖੈਰ ਮੈਂ ਦਫ਼ਤਰ ਗਿਆ ਅਤੇ ਕੰਮ ਵਿੱਚ ਇੰਨਾ ਰੁੱਝ ਗਿਆ ਕਿ ਮੈਨੂੰ ਕੁਝ ਵੀ ਪਤਾ ਨਹੀਂ ਸੀ। ਜਲਦੀ ਸਾਰਾ ਕੰਮ ਨਿਬੇੜ ਕੇ ਮੈਂ ਘਰ ਲਈ ਰਵਾਨਾ ਹੋ ਗਿਆ। ਜਦੋਂ ਮੈਂ ਘਰ ਆਇਆ ਤਾਂ ਦੇਖਿਆ ਕਿ ਮੇਰੀ ਪਤਨੀ ਬਹੁਤ ਸੌਂ ਰਹੀ ਸੀ। ਫਿਰ ਉਹ ਕਾਫੀ ਦੇਰ ਬਾਅਦ ਜਾਗੀ। ਉਹ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਤੇ ਪੁੱਛਣ ਲੱਗੀ ਕਿ ਤੁਸੀਂ ਇੰਨੀ ਜਲਦੀ ਘਰ ਕਿਵੇਂ ਆ ਗਏ? ਤੁਹਾਨੂੰ ਮੈਨੂੰ ਦੱਸਣਾ ਚਾਹੀਦਾ ਸੀ ਕਿ ਤੁਸੀਂ ਜਲਦੀ ਆ ਜਾਓਗੇ। ਅੱਜ ਮੈਂ ਉਸ ਨੂੰ ਸੁਣ ਰਿਹਾ ਸੀ। ਉਹ ਆਪਣੇ ਸੁੱਤੇ ਹੋਏ ਰੂਪ ਤੇ ਮੇਰੇ ਨਾਲ ਗੱਲਾਂ ਕਰ ਰਹੀ ਸੀ। ਉਸ ਦੇ ਅਜੇ ਮਾਸੂਮ ਸ਼ਬਦ ਸੁਣ ਕੇ ਮੈਂ ਉਸ ਨੂੰ ਬਹੁਤ ਪਸੰਦ ਕੀਤਾ, ਪਰ ਮੈਂ ਉਸ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ।
ਮੈਨੂੰ ਬਸ ਉਸ ਨੂੰ ਦੇਖ ਕੇ ਮਹਿਸੂਸ ਹੋਇਆ। ਆਖਰ ਮੈਂ ਉਸ ਨੂੰ ਰੁਕਣ ਲਈ ਕਿਹਾ, ਤੁਸੀਂ ਕਿੰਨੀਆਂ ਗੱਲਾਂ ਕਰਦੇ ਹੋ। ਉਸ ਨੇ ਕਿਹਾ, ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦੇ ਰਹੇ ਸੀ, ਇਸ ਲਈ ਮੈਂ ਇਹ ਕਹਿਣ ਜਾ ਰਹੀ ਸੀ ਕਿ ਸ਼ਾਇਦ ਤੁਸੀਂ ਕਿਸੇ ਗੱਲ ਦਾ ਜਵਾਬ ਦਿਓਗੇ। ਮੈਂ ਉਸ ਦੀ ਗੱਲ ਸੁਣ ਕੇ ਹੱਸ ਪਿਆ। ਮੈਂ ਉਸ ਦੀ ਗੱਲ ਦਾ ਆਨੰਦ ਲੈ ਰਿਹਾ ਸੀ, ਪਰ ਅੱਜ ਰਾਤ ਉਸਨੇ ਉਹੀ ਕੰਮ ਦੁਬਾਰਾ ਕੀਤਾ। ਹਰ ਰਾਤ ਦੀ ਤਰ੍ਹਾਂ ਉਸਨੇ ਆਪਣੇ ਆਪ ਤੇ ਠੰਡਾ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਉਸ ਨੂੰ ਬਹੁਤ ਗਰਮੀ ਲੱਗ ਰਹੀ ਹੈ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਅਤੇ ਕਿਹਾ, ਚਲੋ ਮੈਂ ਤੁਹਾਨੂੰ ਡਾਕਟਰ ਕੋਲ ਲੈ ਜਾਂਦਾ ਹਾਂ। ਮੇਰੀ ਗੱਲ ਸੁਣ ਕੇ ਉਹ ਇੱਕਦਮ ਘਬਰਾ ਗਈ ਅਤੇ ਮੈਨੂੰ ਕਹਿਣ ਲੱਗੀ ਕਿ ਉਹ ਡਾਕਟਰ ਕੋਲ ਨਾ ਜਾਵੇ। ਮੈਂ ਉਸ ਵੱਲ ਦੇਖ ਕੇ ਕਿਹਾ, ਤੈਨੂੰ ਕੀ ਹੋ ਗਿਆ ਹੈ? ਜੇ ਤੁਸੀਂ ਡਾਕਟਰ ਕੋਲ ਜਾਂਦੇ ਹੋ ਤਾਂ ਡਾਕਟਰ ਤੁਹਾਨੂੰ ਦੱਸੇਗਾ ਤੁਸੀਂ ਠੀਕ ਕਿਉਂ ਨਹੀਂ ਹੋ, ਤੁਹਾਨੂੰ ਇੰਨੀ ਗਰਮੀ ਕਿਉਂ ਲੱਗਦੀ ਹੈ। ਪਰ ਉਹ ਜਾਣ ਲਈ ਤਿਆਰ ਨਹੀਂ ਸੀ, ਬਹੁਤ ਘਬਰਾ ਗਈ ਸੀ। ਮੈਂ ਉਸ ਨੂੰ ਬਾਹਰੋਂ ਕਮਰੇ ਵਿੱਚ ਲੈ ਗਿਆ। ਉਸ ਦੀ ਹਾਲਤ ਬਹੁਤ ਖਰਾਬ ਹੋ ਰਹੀ ਸੀ। ਮੈਨੂੰ ਡਰ ਵੀ ਲੱਗ ਰਿਹਾ ਸੀ, ਜੇ ਬੱਚੇ ਨੂੰ ਉਸ ਦੀਆਂ ਹਰਕਤਾਂ ਕਾਰਨ ਨੁਕਸਾਨ ਹੋ ਗਿਆ ਤਾਂ। ਫਿਰ ਮੈਂ ਉਸ ਨੂੰ ਦੁਬਾਰਾ ਕਿਹਾ, ਮੈਂ ਉਸ ਨੂੰ ਡਾਕਟਰ ਕੋਲ ਲੈ ਜਾਵਾਂਗਾ। ਉਹ ਇੱਕਦਮ ਗੁੱਸੇ ਵਿੱਚ ਕਹਿਣ ਲੱਗੀ, ਮੈਂ ਤਾਂ ਤੁਹਾਨੂੰ ਇੱਕ ਵਾਰ ਕਿਹਾ ਸੀ ਕਿ ਮੈਂ ਡਾਕਟਰ ਕੋਲ ਨਹੀਂ ਜਾਣਾ ਚਾਹੁੰਦੀ, ਫਿਰ ਤੁਸੀਂ ਬਾਰ-ਬਾਰ ਜਿੱਦ ਕਿਉਂ ਕਰ ਰਹੇ ਹੋ। ਉਸਨੇ ਗੁੱਸੇ ਨਾਲ ਇਨਕਾਰ ਕਰ ਦਿੱਤਾ, ਪਰ ਮੈਂ ਬਹੁਤ ਮੁਸ਼ਕਲ ਵਿੱਚ ਸੀ। ਮੈਂ ਘਰੋਂ ਬਾਹਰ ਆ ਕੇ ਇਲਾਕੇ ਦੀ ਇੱਕ ਦਾਈ ਕੋਲ ਗਿਆ ਤੇ ਉਸ ਨੂੰ ਘਰ ਲੈ ਆਇਆ। ਉਸ ਦਾਈ ਨੂੰ ਦੇਖ ਕੇ ਮੇਰੀ ਪਤਨੀ ਵੀ ਪਰੇਸ਼ਾਨ ਹੋ ਗਈ ਅਤੇ ਮੈਨੂੰ ਕਹਿਣ ਲੱਗੀ ਕਿ ਉਹ ਮੈਨੂੰ ਹੱਥ ਨਾ ਲਾਵੇ। ਮੈਂ ਫਿਰ ਵੀ ਦਾਈ ਨੂੰ ਕਿਹਾ, ਮੇਰੀ ਪਤਨੀ ਨੂੰ ਦੇਖੋ ਕੀ ਹੋ ਗਿਆ ਹੈ। ਉਸਨੇ ਜਾਂਚ ਸ਼ੁਰੂ ਕੀਤੀ, ਪਰ ਮੇਰੀ ਪਤਨੀ ਬਹੁਤ ਘਬਰਾ ਗਈ ਸੀ। ਦਾਈ ਨੇ ਮੇਰੀ ਪਤਨੀ ਵੱਲ ਬੜੀ ਅਜੀਬ ਨਜ਼ਰਾਂ ਨਾਲ ਦੇਖਿਆ ਅਤੇ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਆਪਣੀ ਪਤਨੀ ਨੂੰ ਤਲਾਕ ਦੇ ਦਿਓ। ਉਸ ਦਾਈ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਉਸ ਅਨਪੜ੍ਹ ਦਾਈ ਦੀਆਂ ਗੱਲਾਂ ਸੁਣ ਕੇ ਮੇਰੀ ਪਤਨੀ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਗਈਆਂ। ਉਸ ਨੇ ਕਿਹਾ, ਨਹੀਂ, ਅਜਿਹਾ ਨਹੀਂ ਹੋ ਸਕਦਾ, ਕਿਹੋ ਜਿਹੀਆਂ ਗੱਲਾਂ ਕਹਿ ਰਹੇ ਹੋ। ਉਹ ਡਰ ਗਈ ਤੇ ਬਹੁਤ ਰੋਣ ਲੱਗੀ। ਮੈਂ ਆਪਣੀ ਪਤਨੀ ਨੂੰ ਚੁੱਪ ਕਰਾ ਦਿੱਤਾ। ਉਸ ਦਾਈ ਦੀਆਂ ਗੱਲਾਂ ਸੁਣ ਕੇ ਮੇਰੇ ਸਾਰੇ ਸਰੀਰ ਨੂੰ ਅੱਗ ਲੱਗ ਗਈ। ਮੈਂ ਉਸ ਨੂੰ ਬਹੁਤ ਸਾਰੀਆਂ ਗੱਲਾਂ ਕਹੀਆਂ ਅਤੇ ਕਿਹਾ ਕਿ ਇਹ ਗਲਤੀ ਹੋ ਗਈ ਹੈ ਕਿ ਮੈਂ ਤੈਨੂੰ ਘਰ ਵਿੱਚ ਲੈ ਆਇਆ ਹਾਂ। ਇੱਥੋਂ ਚਲੇ ਜਾਓ ਅਤੇ ਅੱਜ ਤੋਂ ਇਸ ਘਰ ਵਿੱਚ ਨਾ ਆਉਣਾ। ਮੈਂ ਦਾਈ ਨੂੰ ਗੁੱਸੇ ਵਿੱਚ ਭੇਜਿਆ ਅਤੇ ਉਸ ਨੂੰ ਬਹੁਤ ਸਾਰੀਆਂ ਗੱਲਾਂ ਕਹੀਆਂ। ਉਸ ਦਿਨ ਮੇਰੀ ਪਤਨੀ ਮੈਨੂੰ ਜੱਫੀ ਪਾ ਕੇ ਰੋਣ ਲੱਗੀ ਅਤੇ ਮੈਨੂੰ ਆਖਣ ਲੱਗੀ ਕਿ ਮੈਨੂੰ ਕਦੇ ਇਕੱਲੀ ਨਾ ਛੱਡਣਾ। ਮੈਂ ਹਰ ਰਾਤ ਉਸ ਨੂੰ ਦੇਖ ਰਿਹਾ ਸੀ, ਉਹ ਬੁਰੀ ਤਰ੍ਹਾਂ ਕੰਬ ਰਹੀ ਸੀ। ਮੈਂ ਉਸ ਨੂੰ ਕਿਹਾ, ਕੁਝ ਨਹੀਂ ਹੁੰਦਾ, ਮੈਂ ਤੁਹਾਡੇ ਨੇੜੇ ਹਾਂ, ਮੈਂ ਤੁਹਾਨੂੰ ਕਿਵੇਂ ਛੱਡ ਸਕਦਾ ਹਾਂ। ਮੈਂ ਉਸ ਦੇ ਹੰਝੂ ਸਾਫ਼ ਕੀਤੇ। ਪਤਾ ਨਹੀਂ ਕਿਉਂ ਉਹ ਇੰਨੀ ਡਰੀ ਹੋਈ ਸੀ ਕਿ ਉਸ ਦੇ ਹੱਥ ਵੀ ਕੰਬ ਰਹੇ ਸਨ। ਮੈਂ ਉਸ ਨੂੰ ਪਿਆਰ ਨਾਲ ਕਿਹਾ ਕਿ ਕੁਝ ਨਹੀਂ ਹੋਇਆ, ਮੈਂ ਤੁਹਾਡੇ ਨੇੜੇ ਹਾਂ। ਅੱਜ ਤੋਂ ਬਾਅਦ ਮੈਂ ਕਿਸੇ ਦਾਈ ਨੂੰ ਘਰ ਨਹੀਂ ਲਿਆਵਾਂਗਾ। ਹੁਣ ਉਹ ਮੈਨੂੰ ਕੁਝ ਠੀਕ ਲੱਗ ਰਹੀ ਸੀ। ਮੈਂ ਉਸ ਨੂੰ ਭਰੋਸਾ ਦਿਵਾਇਆ ਸੀ, ਪਰ ਮੈਂ ਆਪਣੇ ਆਪ ਨੂੰ ਬਹੁਤ ਅਜੀਬ ਮਹਿਸੂਸ ਕਰ ਰਿਹਾ ਸੀ। ਉਹ ਦਾਈ ਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀ। ਉਸ ਦਾ ਕੀ ਮਤਲਬ ਸੀ? ਉਸ ਨੇ ਵੀ ਕੀ ਦੇਖਿਆ? ਪਤਨੀ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਚਿੰਤਾ ਹੋਣ ਲੱਗੀ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਹੁਣ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਜਦੋਂ ਵੀ ਮੈਂ ਆਪਣੀ ਪਤਨੀ ਨੂੰ ਡਾਕਟਰ ਕੋਲ ਲੈ ਜਾਣ ਲਈ ਕਹਿੰਦਾ ਹਾਂ ਤਾਂ ਉਹ ਮੇਰੇ ਤੇ ਵੀ ਗੁੱਸੇ ਹੋ ਜਾਂਦੀ ਹੈ। ਉਹ ਉਸ ਨੂੰ ਕਿਤੇ ਵੀ ਨਾ ਜਾਣ ਲਈ ਕਹਿੰਦੀ ਹੈ, ਪਰ ਪਤਾ ਨਹੀਂ ਕਿਉਂ ਉਹ ਕਿਤੇ ਨਹੀਂ ਜਾਣਾ ਚਾਹੁੰਦੀ। ਕੋਈ ਕਾਰਨ ਸੀ ਕਿ ਉਹ ਕਿਸੇ ਡਾਕਟਰ ਕੋਲ ਵੀ ਨਹੀਂ ਜਾ ਰਹੀ ਸੀ। ਕੁਝ ਦਿਨਾਂ ਬਾਅਦ ਉਹ ਇਸੇ ਬਾਰੇ ਭੁੱਲ ਗਈ ਤਾਂ ਮੈਂ ਉਸ ਨੂੰ ਕਿਹਾ, ਚਲੋ ਅੱਜ ਕਿਤੇ ਬਾਹਰ ਚਲੀਏ। ਉਹ ਵੀ ਬਾਹਰ ਜਾਣ ਲਈ ਤਿਆਰ ਨਹੀਂ ਸੀ। ਮੈਂ ਬੜੀ ਮੁਸ਼ਕਲ ਨਾਲ ਉਸ ਨੂੰ ਮਨਾ ਲਿਆ ਅਤੇ ਬਾਹਰ ਆ ਗਿਆ। ਕੁਝ ਦੇਰ ਬਾਅਦ ਮੈਂ ਉਸ ਨੂੰ ਦਿਲਾਸਾ ਦਿੱਤਾ ਅਤੇ ਉਸ ਨੂੰ ਹਸਪਤਾਲ ਲੈ ਗਿਆ। ਹਸਪਤਾਲ ਨੂੰ ਦੇਖਦੇ ਹੀ ਉਹ ਬਹੁਤ ਘਬਰਾ ਗਈ ਅਤੇ ਮੈਨੂੰ ਪੁੱਛਿਆ ਕਿ ਤੁਸੀਂ ਮੈਨੂੰ ਹਸਪਤਾਲ ਕਿਉਂ ਲੈ ਆਏ ਹੋ? ਮੈਂ ਘਰ ਜਾਣਾ ਹੈ। ਮੈਂ ਗੁੱਸੇ ਵਿੱਚ ਕਿਹਾ, ਹੁਣ ਤੁਹਾਨੂੰ ਹਸਪਤਾਲ ਜਾਣਾ ਪਵੇਗਾ। ਮੈਂ ਉਸ ਨੂੰ ਆਪਣੇ ਨਾਲ ਹਸਪਤਾਲ ਦੇ ਅੰਦਰ ਲੈ ਆਇਆ ਅਤੇ ਡਾਕਟਰ ਨੂੰ ਉਸ ਬਾਰੇ ਸਾਰੀ ਗੱਲ ਦੱਸੀ। ਡਾਕਟਰ ਮੇਰੀ ਪਤਨੀ ਨੂੰ ਅਜੀਬ ਨਜ਼ਰਾਂ ਨਾਲ ਦੇਖ ਰਹੇ ਸਨ। ਜਦੋਂ ਡਾਕਟਰ ਕਮਰੇ ਤੋਂ ਬਾਹਰ ਆਇਆ ਅਤੇ ਮੇਰੇ ਵੱਲ ਵੇਖਦਿਆਂ ਉਸਨੇ ਪੁੱਛਿਆ, ਕੀ ਇਹ ਤੁਹਾਡੀ ਪਤਨੀ ਹੈ? ਮੈਂ ਉਸ ਵੱਲ ਗੰਭੀਰਤਾ ਨਾਲ ਦੇਖਿਆ ਅਤੇ ਕਿਹਾ, ਹਾਂ, ਮੈਂ ਲਿਆਇਆ ਹਾਂ, ਇਸ ਲਈ ਉਹ ਮੇਰੀ ਪਤਨੀ ਹੋਵੇਗੀ। ਠੀਕ, ਉਹ ਮੈਨੂੰ ਕਹਿਣ ਲੱਗਾ ਕਿ ਇਹ ਤੇਰੀ ਘਰਵਾਲੀ ਦਾ ਇਲਾਜ ਨਹੀਂ, ਇਸ ਦਾ ਕੋਈ ਹੋਰ ਇਲਾਜ ਹੈ। ਪਰ ਮੇਰੇ ਮਨ ਵਿੱਚ ਹੋਰ ਗੱਲਾਂ ਵੱਸ ਗਈਆਂ ਸਨ। ਮੇਰੀ ਪਤਨੀ ਮੈਨੂੰ ਪੁੱਛਣ ਲੱਗੀ ਕਿ ਕੀ ਹੋਇਆ, ਜੇ ਮੈਂ ਆਪਣੀ ਪਤਨੀ ਨਾਲ ਝੂਠ ਬੋਲਾਂ ਜਾਂ ਨਾ। ਤਾਂ ਮੈਂ ਕਿਹਾ, ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਉਹ ਤਾਂ ਕਹਿ ਰਿਹਾ ਸੀ ਕਿ ਤੇਰੀ ਪਤਨੀ ਬਹੁਤ ਕਮਜ਼ੋਰ ਹੈ, ਉਸ ਦਾ ਖਿਆਲ ਰੱਖੋ। ਉਹ ਮੇਰੇ ਵੱਲ ਦੇਖ ਰਹੀ ਸੀ ਤੇ ਬੋਲੀ, ਤੁਸੀਂ ਝੂਠ ਕਿਉਂ ਬੋਲ ਰਹੇ ਹੋ?
ਉਸ ਦੀ ਗੱਲ ਸੁਣ ਕੇ ਮੈਂ ਕਿਹਾ ਕਿ ਨਹੀਂ, ਅਜਿਹਾ ਕੁਝ ਨਹੀਂ ਹੈ। ਫਿਰ ਅਸੀਂ ਘਰ ਆ ਗਏ, ਪਰ ਉਸਨੇ ਫਿਰ ਉਹੀ ਕੰਮ ਕੀਤਾ। ਮੈਨੂੰ ਅੱਜ ਗੁੱਸਾ ਸੀ। ਜਦੋਂ ਉਹ ਪਾਣੀ ਚੁੱਕ ਕੇ ਸੁੱਟਣ ਲੱਗੀ ਤਾਂ ਇਹ ਦੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਪਾਣੀ ਵਿੱਚ ਇੱਕ ਬਜ਼ੁਰਗ ਦੇ ਵਾਲ ਸਨ। ਉੱਥੋਂ ਉਹ ਪਾਣੀ ਵੱਲ ਦੇਖਣ ਲੱਗਾ। ਉਹ ਡਰਦੀ ਹੋਈ ਮੇਰੇ ਵੱਲ ਦੇਖ ਰਹੀ ਸੀ। ਮੈਂ ਉਸ ਦੀ ਬਾਂਹ ਫੜ ਕੇ ਗੁੱਸੇ ਨਾਲ ਉਸ ਨੂੰ ਕਮਰੇ ਵਿੱਚ ਲੈ ਆਇਆ, ਮੰਜੇ ਤੇ ਬਿਠਾ ਦਿੱਤਾ। ਉਹ ਡਰਦੀ ਹੋਈ ਮੇਰੇ ਵੱਲ ਦੇਖਣ ਲੱਗੀ। ਮੈਂ ਡੂੰਘਾ ਸਾਹ ਲੈ ਕੇ ਉਸ ਨੂੰ ਆਪਣੇ ਵੱਲ ਖਿੱਚਿਆ ਅਤੇ ਗੁੱਸੇ ਵਿੱਚ ਕਿਹਾ ਕਿ ਮੇਰੇ ਵੱਲ ਵੇਖ ਕੇ ਮੈਨੂੰ ਦੱਸੋ ਕਿ ਤੁਹਾਡੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ। ਉਸਨੇ ਅਚਾਨਕ ਮੇਰੀ ਬਾਂਹ ਫੜ ਲਈ ਅਤੇ ਰੋਣ ਲੱਗ ਪਈ। ਮੈਂ ਉਸ ਨੂੰ ਦੱਸਣ ਲਈ ਕਿਹਾ ਤਾਂ ਉਸਨੇ ਕਿਹਾ ਕਿ ਤੇਰੀ ਮਾਂ ਨੇ ਮਨਾ ਕੀਤਾ ਸੀ। ਮੈਂ ਹੈਰਾਨੀ ਨਾਲ ਕਿਹਾ, ਤੇਰਾ ਕੀ ਮਤਲਬ ਹੈ? ਮਾਂ ਨੇ ਤੁਹਾਨੂੰ ਕੀ ਮਨਾ ਕੀਤਾ ਸੀ? ਮਾਤਾ ਜੀ ਹੁਣ ਇਸ ਸੰਸਾਰ ਨੂੰ ਛੱਡ ਗਏ ਹਨ। ਉਹ ਮੈਨੂੰ ਕਹਿਣ ਲੱਗੀ, ਮੈਂ ਤੈਨੂੰ ਸਭ ਕੁਝ ਦੱਸਾਂਗੀ। ਮੈਂ ਵੀ ਉਹੀ ਹਾਂ ਜਿਵੇਂ ਤੁਸੀਂ ਹੋ। ਮੈਂ ਹੈਰਾਨੀ ਨਾਲ ਕਿਹਾ, ਕੀ ਮਤਲਬ ਤੁਹਾਡਾ? ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੈਂ ਕਿਵੇਂ ਹਾਂ? ਉਹ ਮੈਨੂੰ ਕਹਿਣ ਲੱਗੀ, ਤੇਰਾ ਜਨਮ ਤਾਂਤਰਿਕ ਦੇ ਇਲਾਜ ਤੋਂ ਬਾਅਦ ਹੋਇਆ ਸੀ। ਮੈਂ ਵੀ ਤਾਂਤਰਿਕ ਦੇ ਇਲਾਜ ਤੋਂ ਬਾਅਦ ਪੈਦਾ ਹੋਈ ਸੀ। ਤੇਰੀ ਮਾਂ ਉਸ ਤਾਂਤਰਿਕ ਕੋਲ ਜਾ ਕੇ ਆਪਣਾ ਇਲਾਜ ਕਰਵਾਉਂਦੀ ਸੀ। ਤੁਸੀਂ ਵੀ ਅਕਸਰ ਰਾਤ ਨੂੰ ਡਰ ਜਾਂਦੇ ਹੋ ਜਿਵੇਂ ਮੈਂ ਡਰਦੀ ਹਾਂ। ਉਸ ਤਾਂਤਰਿਕ ਬਾਬੇ ਨੇ ਕਿਹਾ ਸੀ ਕਿ ਤੇਰੀ ਮਾਂ ਤੇਰੇ ਵਿਆਹ ਤੇਰੇ ਵਰਗੀ ਕੁੜੀ ਨਾਲ ਹੀ ਕਰ ਦੇਵੇ ਤੇ ਇਸ ਕਾਰਨ ਤੇਰੀ ਮਾਂ ਨੇ ਤੇਰਾ ਵਿਆਹ ਮੇਰੇ ਨਾਲ ਕਰਵਾ ਦਿੱਤਾ। ਜਿਵੇਂ ਵਿਆਹ ਤੋਂ ਪਹਿਲਾਂ ਤੇਰੀ ਸਿਹਤ ਖਰਾਬ ਸੀ, ਇਸੇ ਤਰ੍ਹਾਂ ਮੇਰੀ ਸਿਹਤ ਵੀ ਖਰਾਬ ਰਹਿੰਦੀ ਹੈ। ਸਾਡੇ ਦੋਵਾਂ ਦੀ ਹਾਲਤ ਇੱਕੋ ਜਿਹੀ ਹੈ। ਜਦੋਂ ਸਾਡਾ ਵਿਆਹ ਹੋਇਆ ਸੀ ਉਦੋਂ ਵੀ ਤੇਰੀ ਮਾਂ ਨੇ ਮੈਨੂੰ ਕਿਹਾ ਸੀ ਕਿ ਜ਼ਿੰਦਗੀ ਵਿੱਚ ਭਾਵੇਂ ਕੁਝ ਵੀ ਵਾਪਰ ਜਾਵੇ, ਚੰਗੀ ਜਾਂ ਬੁਰੀ ਖਬਰ, ਮੈਨੂੰ ਉਸ ਤਾਂਤਰਿਕ ਕੋਲ ਜਾਣਾ ਚਾਹੀਦਾ ਹੈ। ਉਸ ਬਾਬੇ ਨੇ ਮੈਨੂੰ ਕਿਹਾ, ਜੇ ਤੁਸੀਂ ਦਾਈ ਜਾਂ ਡਾਕਟਰ ਕੋਲ ਜਾਓਗੇ ਤਾਂ ਉਹ ਤੁਹਾਨੂੰ ਗਲਤ ਸਮਝਣਗੇ। ਇਸ ਕਾਰਨ 9 ਮਹੀਨਿਆਂ ਤੋਂ ਪਹਿਲਾਂ ਕਿਸੇ ਕੋਲ ਨਾ ਜਾਓ। ਮੈਂ ਆਪਣੀ ਪਤਨੀ ਦੀ ਗੱਲ ਸੁਣੀ ਅਤੇ ਇੱਕ ਡੂੰਘਾ ਸਾਹ ਲਿਆ। ਹੁਣ ਮੈਂ ਸਮਝ ਸਕਦਾ ਸੀ ਕਿ ਮੇਰੀ ਮਾਂ ਕੀ ਕਹਿੰਦੀ ਸੀ ਅਤੇ ਉਸ ਦਾ ਰਵੱਈਆ ਵੀ ਕਿ ਉਹ ਮੈਨੂੰ ਉਸ ਬੋਤਲ ਤੋਂ ਪਾਣੀ ਕਿਉਂ ਪਿਲਾਉਂਦੀ ਸੀ। ਉਸਨੇ ਮੈਨੂੰ ਦੱਸਿਆ ਕਿ ਉਸਨੇ ਉਸ ਨੂੰ ਇਹ ਪਾਣੀ ਡੋਲਣ ਲਈ ਵੀ ਕਿਹਾ ਸੀ। ਇਹ ਦੱਸਦੇ ਹੋਏ ਉਹ ਬਹੁਤ ਰੋਣ ਲੱਗੀ। ਮੈਂ ਉਸ ਨੂੰ ਆਪਣੀ ਛਾਤੀ ਨਾਲ ਲਗਾ ਲਿਆ ਅਤੇ ਕਿਹਾ, ਰੋਣਾ ਬੰਦ ਕਰੋ, ਮਾਫ਼ ਕਰਨਾ, ਮੈਂ ਤੁਹਾਨੂੰ ਗਲਤ ਸਮਝਿਆ ਸੀ। ਉਹ ਬੁਰੀ ਤਰ੍ਹਾਂ ਰੋ ਰਹੀ ਸੀ। ਮੈਂ ਉਸ ਦੇ ਹੰਝੂ ਪੂੰਝਦੇ ਹੋਏ ਦੁਬਾਰਾ ਮਾਫ਼ੀ ਮੰਗੀ ਅਤੇ ਉਹ ਮੈਨੂੰ ਕਹਿਣ ਲੱਗੀ, ਤੂੰ ਆਪਣੀ ਥਾਂ ਤੇ ਬਿਲਕੁਲ ਸਹੀ ਹੈ। ਤੇਰੀ ਥਾਂ ਕੋਈ ਹੋਰ ਹੁੰਦਾ ਤਾਂ ਮੈਨੂੰ ਪਾਗਲ ਹੀ ਸਮਝਦਾ। ਮੈਂ ਸੋਚਿਆ ਤੇਰੀ ਮਾਂ ਨੇ ਤੈਨੂੰ ਇਹ ਸਭ ਦੱਸਿਆ ਹੋਵੇਗਾ, ਇਸ ਲਈ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦੀ ਸੀ। ਮੈਂ ਉਸ ਨੂੰ ਕਿਹਾ, ਹੁਣ ਜਦੋਂ ਤੁਸੀਂ ਮੈਨੂੰ ਸਭ ਕੁਝ ਦੱਸ ਦਿੱਤਾ ਹੈ, ਮੈਂ ਤੁਹਾਡੇ ਤੇ ਸ਼ੱਕ ਨਹੀਂ ਕਰਾਂਗਾ। ਇਸ ਤੋਂ ਬਾਅਦ ਉਸ ਨੇ ਉਸ ਦਾ ਬਹੁਤ ਖਿਆਲ ਰੱਖਿਆ। ਫਿਰ ਸਾਡੇ ਘਰ ਇੱਕ ਬਹੁਤ ਹੀ ਪਿਆਰੀ ਬੇਟੀ ਨੇ ਜਨਮ ਲਿਆ ਅਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।